ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਸ਼੍ਰੀ ਹਰਿ ਰਾਇ ਨਮੋ ਕਰ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਤਰੋ ਤਰਾ ਪਰ ਪੁੰਨ ਪੁੰਨ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਤੈਂ ਕੋ ਕੰਤ ਭੁਲਾਵੇ ਮਨ ਤੇ ਦੁਖੀ ਦੁਹਾਗਣ ਫਿਰੇ ਜੁਆਨ ਤੇ ਸੁਨ ਅਸ ਬਚਨ ਸ਼ੇਖ ਸੁਖ ਪਾਏ ਬੁਝੀ ਬਹਰੋ ਖਬਰ ਖੁਦਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ ਗੁਰ ਕਿਰਪਾਲ ਜਪੈ ਤਾਂ ਅਵਗੁਣ ਸਭ ਛਪੇ। ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ 'ਚ ਜੁੜ ਬੈਠੀ ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਪਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਜੁੜ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜੀਵਨ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ। ਦਇਆ ਨਿਧ ਅੰਤਰਯਾਮੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਚਰਚਾ ਸ਼ੇਖ ਬ੍ਰਹਮ ਜੀ ਨਾਲ ਹੋ ਰਹੀ ਹੈ ਪਾਕ ਪਟਨ ਦੀ ਧਰਤੀ ਤੇ।
ਸ਼ੇਖ ਬ੍ਰਹਮ ਜੀ ਜੋ ਮਹਾਰਾਜ ਭਗਤ ਫਰੀਦ ਜੀ ਦੀ ਗੱਦੀ ਤੇ ਹਨ, ਗੱਦੀ ਨਸ਼ੀਨ ਹਨ। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਘਰ ਦੀਆਂ ਬਾਤਾਂ ਹੋ ਰਹੀਆਂ ਨੇ, ਜਿਹਨੂੰ ਹਰੀ ਚਰਚਾ ਕਹਿੰਦੇ ਆ, ਹਰੀ ਗੋਸ਼ਟੀ ਕਹਿੰਦੇ ਆ, ਹਰੀ ਗੋਸ਼ਟ ਹੋ ਰਹੀ ਹੈ। ਸ਼ੇਖ ਬ੍ਰਹਮ ਜੀ ਦੇ ਮਨ 'ਚ ਜੋ ਜਗਿਆਸਾ ਸਹਿਤ ਸਵਾਲ ਉਪਜਦੇ ਨੇ, ਗੁਰੂ ਸਾਹਿਬ ਨੂੰ ਪੁੱਛਦੇ ਹਨ। ਭਗਤ ਫਰੀਦ ਜੀ ਦਾ ਪਾਵਨ ਸ਼ਲੋਕ ਉਚਾਰਨ ਕਰਕੇ ਕਿ ਫਰੀਦਾ ਪਾੜ ਪਟੋਲਾ ਧਜ ਕਰੀ, ਕੰਬਲੜੀ ਪਹਿਰਿਓ, ਇਹ ਸ਼ਬਦ ਉਚਾਰਨ ਕੀਤਾ। ਤੋ ਗਰੀਬ ਨਵਾਜ ਸਾਹਿਬ ਜੀ ਨੇ ਬਚਨ ਫਰਮਾਏ ਕਿ ਐਸਾ ਭੇਖ ਬਣਾ ਕੇ ਘਰ ਛੱਡ ਕੇ ਜਾਣ ਦੀ ਕੀ ਲੋੜ ਹੈ, ਜੇ ਉਹ ਪਿਰਕ ਪਤੀ ਪਰਮਾਤਮਾ ਅਕਾਲ ਪੁਰਖ ਹਿਰਦੇ ਰੂਪੀ ਘਰ ਵਿੱਚ ਹੀ ਬਿਰਾਜਮਾਨ ਹੈ। ਵਡਹੰਸ ਦੀ ਵਾਰ ਚੋਂ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤਾ, ਘਰ ਹੀ ਮੁੰਦ ਵਿਦੇਸ ਫਿਰੰਤ ਝੂਰੇ ਸਮਾਲੇ, ਮਿਲਦਿਆਂ ਢਿੱਲ ਨਾ ਹੋਵੇ ਜੇ ਨੀਅਤ ਰਾਸ ਕਰੇ। ਇਹ ਸ਼ਲੋਕ ਉਚਾਰਨ ਕਰਕੇ ਸ਼ੇਖ ਬ੍ਰਹਮ ਜੀ ਦੇ ਹਿਰਦੇ ਨੂੰ ਪਾਤਸ਼ਾਹ ਜੀ ਨੇ ਸ਼ਾਂਤੀ, ਆਨੰਦ ਤੇ ਖੇੜਾ ਪ੍ਰਦਾਨ ਕੀਤਾ ਔਰ ਆਖਿਆ ਹੈ ਕਿ ਜਿਵੇਂ ਕਿਸੇ ਇਸਤਰੀ ਦਾ ਪਤੀ ਵਿਦੇਸ਼ ਗਿਆ ਹੋਵੇ, ਪਿੱਛੇ ਘਰ ਵਿੱਚ ਇਸਤਰੀ ਆਪਣੇ ਪਤੀ ਦਾ ਭੈ, ਅਦਬ ਤੇ ਡਰ ਮੰਨ ਕੇ ਸੰਜਮ ਨਾਲ ਆਪਣਾ ਜੀਵਨ ਨਿਰਵਾਹ ਕਰਦੀ ਹੈ, ਤਾਂ ਕੁਝ ਸਮੇਂ ਬਾਅਦ ਉਹਦਾ ਪਤੀ ਉਹਨੂੰ ਆ ਕੇ ਮਿਲਦਾ ਹੈ। ਪਰ ਜਿਹੜੀਆਂ ਛੁੱਟੜ ਜੀਵ ਰੂਪੀ ਇਸਤਰੀਆਂ ਕੁਚੱਜੀਆਂ ਹੁੰਦੀਆਂ, ਉਹ ਪਤੀ ਦੇ ਟੁਰ ਗਿਆਂ ਭੈ ਤੋਂ ਰਹਿਤ ਹੋ ਕੇ ਆਪ ਹੁਦਰੀਆਂ ਕਰਦੀਆਂ ਨੇ। ਉਹਨਾਂ ਦਾ ਪਤੀ ਫਿਰ ਮੁੜ ਕੇ ਆ ਕੇ ਉਹਨਾਂ ਨੂੰ ਨਹੀਂ ਮਿਲਦਾ, ਉਹਨਾਂ ਨੂੰ ਛੁੱਟੜ ਜਾਣ ਕਰਕੇ ਉਹਨਾਂ ਦਾ ਤਿਆਗ ਕਰ ਦਿੰਦਾ ਹੈ। ਗੁਰਮੁਖ ਹਮੇਸ਼ਾ ਅਕਾਲ ਪੁਰਖ ਦੇ ਭੈ ਵਿੱਚ ਵਿਚਰਦੇ ਨੇ ਸ਼ੇਖ ਬ੍ਰਹਮ, ਔਰ ਅਕਾਲ ਪੁਰਖ ਦੇ ਭੈ ਵਿੱਚ ਵਿਚਰਦਿਆਂ ਸਦਾਚਾਰ ਦੀ ਬਿਰਤੀ ਨੂੰ, ਆਚਰਣ ਦੀ ਬਿਰਤ, ਸ਼ੁਭ ਆਚਰਣ ਦੀ ਬਿਰਤੀ ਨੂੰ ਧਾਰਦੇ ਨੇ। ਔਰ ਐਸਾ ਸਮਾਂ ਆਉਂਦਾ ਜਿਸ ਦਿਨ ਪਤੀ ਪਰਮੇਸ਼ਵਰ ਆ ਕੇ ਇਸ ਜੀਵ ਨੂੰ ਮਿਲਦਾ, ਆਪਣੇ 'ਚ ਭੇਦ ਕਰ ਲੈਂਦਾ। ਪਰ ਜਿਹੜੇ ਜੀਵ ਆਪ ਹੁਦਰੀਆਂ ਕਰਦੇ ਨੇ, ਮਨਮਤ ਕਰਦੇ ਨੇ, ਪਰਮੇਸ਼ਰ ਦਾ ਭੈ ਆਪਣੇ ਹਿਰਦੇ 'ਚ ਨਹੀਂ ਰੱਖਦੇ, ਉਹ ਫਿਰ 84 ਲੱਖ ਜੂਨੀਆਂ ਦੇ ਗੇੜੇ 'ਚ ਭਟਕਦੇ ਰਹਿੰਦੇ ਆ, ਜੰਮਦੇ ਮਰਦੇ ਰਹਿੰਦੇ ਹਨ। ਉਹਨਾਂ ਦਾ ਕਦੇ ਵੀ ਅਕਾਲ ਪੁਰਖ ਪਰਮੇਸ਼ਰ ਦੇ ਸਵਰੂਪ ਵਿੱਚ ਮਿਲਾਪ ਨਹੀਂ ਹੁੰਦਾ। ਸ਼ੇਖ ਬ੍ਰਹਮ ਜੀ ਨਾਲ ਵਿਚਾਰਾਂ ਹੋ ਰਹੀਆਂ ਨੇ। ਖਾਲਸਾ ਜੀ ਆਸਾ ਜੀ ਦੀ ਵਾਰ ਦੇ 9 ਪੌੜੀਆਂ, ਜਿਹੜੀਆਂ 9 ਸ਼ਲੋਕ ਨੇ, ਉਹ ਗੁਰੂ ਨਾਨਕ ਸਾਹਿਬ ਜੀ ਨੇ ਸ਼ੇਖ ਬ੍ਰਹਮ ਜੀ ਦੇ ਨਾਲ ਹੀ ਚਰਚਾ ਕਰਦਿਆਂ ਉਚਾਰਨ ਕੀਤੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਹਿਰਦੇ 'ਚ ਵਸਾਓ, ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤੈਂਕੋ ਕੰਤ ਪੁਲਾਵੇ ਮਨ ਤੇ। ਕਹਿੰਦੇ ਜਿਹੜੀਆਂ ਛੁੱਟੜ ਜੀਵ ਰੂਪੀ ਇਸਤਰੀਆਂ ਹੁੰਦੀਆਂ ਨੇ, ਆਪ ਹੁਦਰੀ ਕਰਨ ਵਾਲੀਆਂ, ਜਿਹੜੇ ਜੀਵ ਪਰਮੇਸ਼ਰ ਦਾ ਭੈ ਨਹੀਂ ਮੰਨਦੇ, ਮਨਮਤ ਦੀ ਬਿਰਤੀ ਧਾਰਨ ਕਰਕੇ ਆਪ ਹੁਦਰੀਆਂ ਕਰਨ ਵਾਲੇ ਨੇ, ਉਹਨਾਂ ਨੂੰ ਉਹ ਕੰਤਪਤੀ ਪ੍ਰਮਾਤਮਾ ਅਕਾਲ ਪੁਰਖ ਆਪ ਹੀ ਆਪਣੇ ਹਿਰਦੇ 'ਚੋਂ ਭੁਲਾ ਦਿੰਦਾ ਹੈ। ਦੁਖੀ ਦੁਹਾਗਣ ਫਿਰੇ ਜੁਆਨ ਤੇ। ਉਹ ਪ੍ਰਮਾਤਮਾ ਵੱਲੋਂ ਛੁੱਟੀਆਂ ਹੋਈਆਂ, ਦੁਹਾਗਣਾ ਹੋਈਆਂ, ਦੁੱਖ ਦੇ ਸਹਿਤ ਆਪਣੀ ਜ਼ਿੰਦਗੀ ਬਤੀਤ ਕਰਦੀਆਂ ਹਨ। ਸੁਨ ਅਸ ਬਚਨ ਸ਼ੇਖ ਸੁਖ ਪਾਏ। ਸ਼ੇਖ ਬ੍ਰਹਮ ਨੇ ਜਦੋਂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ ਸੁਣੇ, ਸੁਣ ਕੇ ਇਹਦੇ ਮਨ ਨੂੰ, ਇਹਦੇ ਹਿਰਦੇ ਨੂੰ ਸ਼ਾਂਤੀ ਤੇ ਧੀਰਜ ਪ੍ਰਾਪਤ ਹੋਇਆ ਹੈ। ਬੁੱਝੀ ਬੌਰੋ ਖਬਰ ਖੁਦਾਏ। ਫਿਰ ਖੁਦਾ ਦੇ ਘਰ ਦੀ ਹੋਰ ਬਾਤ, ਖੁਦਾ ਦੇ ਘਰ ਦੇ ਬਾਰੇ ਹੋਰ ਸੁਨੇਹਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕੋਲੋਂ ਸ਼ੇਖ ਬ੍ਰਹਮ ਜੀ ਪੁੱਛਦੇ ਹਨ। ਸ਼ਲੋਕ ਫਰੀਦਾ ਨੰਡੀ ਕੰਤ ਨ ਰਾਵਿਓ,
ਵੱਡੀ ਥੀ ਮੋਈ ਆਸ। ਕਿਉਂਕਿ ਸ਼ੇਖ ਬ੍ਰਹਮ ਜੀ ਫਰੀਦ ਜੀ ਦੀ ਗੱਦੀ ਤੇ ਸਨ, ਇਸ ਕਰਕੇ ਫਰੀਦ ਜੀ ਦੇ ਸ਼ਲੋਕ ਉਚਾਰ ਕੇ ਗੁਰਦੇਵ ਨੂੰ ਪੁੱਛਦੇ ਹੈ। ਸ਼ੇਖ ਬ੍ਰਹਮ ਫਰੀਦ ਸਾਨੀ ਜੀ ਪੁੱਛਦੇ, ਗੁਰਦੇਵ ਦੇ ਚਰਨਾਂ 'ਚ ਬੇਨਤੀ ਕਰਕੇ ਸ਼ਲੋਕ ਉਚਾਰਦੇ ਨੇ, ਫਰੀਦਾ ਨੰਢੀ ਕੰਤ ਨਾ ਰਾਵਿਓ। ਨੰਢੀ ਕਹਿੰਦੇ ਹਨ ਜਵਾਨੀ ਦੀ ਅਵਸਥਾ ਵਿੱਚ, ਭਰ ਜੋਬਨ ਦੀ ਅਵਸਥਾ ਵਿੱਚ ਇਸ ਜੀਵ ਨੇ ਪਾਰ ਬ੍ਰਹਮ ਪਰਮੇਸ਼ਰ ਨੂੰ ਨਹੀਂ ਰਾਵਿਆ, ਅਕਾਲ ਪੁਰਖ ਪਰਮੇਸ਼ਰ ਦਾ ਭਜਨ ਨਹੀਂ ਕੀਤਾ। ਪਰ ਜਵਾਨੀ ਦੀ ਅਵਸਥਾ ਨੂੰ ਜੋਬਨ ਦੇ ਨਸ਼ੇ 'ਚ ਮਗਰੂਰ ਹੋ ਕੇ ਬਤੀਤ ਕਰ ਦਿੱਤਾ। ਔਰ ਜਦੋਂ ਵੱਡੀ ਥੀ ਯਾਨੀ ਕਿ ਉਮਰ ਵਡੇਰੀ ਹੋਈ, ਬੁਢੇਪਾ ਆ ਗਿਆ, ਤਾਂ ਮੁਈਆਸ ਫਿਰ ਮੌਤ ਆ ਗਈ ਤੇ ਮੌਤ ਨੇ ਆਪਣੇ ਘੇਰੇ ਵਿੱਚ ਇਸ ਜੀਵ ਨੂੰ ਲੈ ਲਿਆ ਤੇ ਸਾਰੀ ਜ਼ਿੰਦਗੀ, ਸਾਰਾ ਜੀਵਨ ਮਨੁੱਖ ਦਾ ਇਸੇ ਤਰ੍ਹਾਂ ਹੀ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਬੀਤ ਗਿਆ। ਧਨ ਕੁਕੇਂਦੀ ਗੋਰ ਮੈਂ ਤੈ ਸੈ ਨਾ ਮਿਲਿਆਸ। ਇਸਲਾਮ ਧਰਮ ਦੇ ਵਿੱਚ ਮੁਰਦਾ ਹੋਣ ਤੋਂ ਬਾਅਦ ਮੁਰਦੇ ਨੂੰ ਦਫਨ ਕਰਦੇ ਨੇ ਕਬਰ ਵਿੱਚ। ਫਰੀਦ ਜੀ ਮਹਾਰਾਜ ਜੀ ਕਹਿੰਦੇ ਫਿਰ ਜਦੋਂ ਕਬਰ ਦੇ ਵਿੱਚ ਇਹਨੂੰ ਪਾਇਆ ਜਾਂਦਾ ਮਰਨ ਤੋਂ ਬਾਅਦ, ਉੱਥੇ ਕੂਕਦੀ ਹੈ, ਉੱਥੇ ਆਵਾਜ਼ਾਂ ਮਾਰਦੀ ਹੈ ਗੋਰ ਦੇ ਵਿੱਚ, ਪਰ ਉੱਥੇ ਦੀ ਕੋਈ ਪੁਕਾਰ ਨਹੀਂ ਸੁਣਦਾ ਤੇ ਨਾ ਹੀ ਪਾਰ ਬ੍ਰਹਮ ਪਰਮੇਸ਼ਰ ਨੂੰ ਉੱਥੇ ਮਿਲ ਸਕਦੀ ਹੈ। ਉੱਥੇ ਪਰਮੇਸ਼ਰ ਦੇ ਵਿੱਚ ਫਿਰ ਇਹਦੀ ਸਹਿਪਤੀ ਪ੍ਰਮਾਤਮਾ ਵਿੱਚ ਅਭੇਦਤਾ ਨਹੀਂ ਹੁੰਦੀ, ਕਿਉਂਕਿ ਹੁਣ ਕਬਰ ਦੇ ਵਿੱਚ ਪਿਆ, ਹੁਣ ਕਬਰ ਦੇ ਵਿੱਚ ਪਈ ਹੋਈ ਦਾ ਕੀ ਮੇਲ ਹੋਵੇ। ਮਿਲਣਾ ਸੀ ਤਾਂ ਇਸ ਸਰੀਰ ਵਿੱਚ ਜਦੋਂ ਤੱਕ ਪ੍ਰਾਣ ਚੱਲਦੇ ਨੇ ਉਦੋਂ ਤੱਕ ਹੀ ਮਿਲਿਆ ਜਾ ਸਕਦਾ ਸੀ। ਜਦੋਂ ਇਹ ਸਰੀਰ ਚੋਂ ਪ੍ਰਾਣਾਂ ਦੀ ਡੋਰੀ ਟੁੱਟ ਗਈ, ਇਹ ਮੁਰਦਾ ਹੋ ਕੇ ਕਬਰ ਦੇ ਵਿੱਚ ਚਲਾ ਗਿਆ, ਹੁਣ ਪ੍ਰਮਾਤਮਾ ਨਾਲ ਮੇਲ ਨਹੀਂ ਹੋ ਸਕਦਾ। ਜੋ ਪਈ ਤਰਨ ਬੈਸ ਨੈ ਚੇਤਨ ਕੀਨੋ। ਕਹਿੰਦੇ ਜਦੋਂ ਭਰ ਜਵਾਨੀ ਦੀ ਅਵਸਥਾ ਸੀ, ਜਵਾਨੀ ਦੇ ਨਸ਼ੇ 'ਚ ਮਸਤ ਹੋਏ ਨੇ, ਕਦੇ ਰੱਬ ਰੱਬ ਨਹੀਂ ਕੀਤਾ। ਜਵਾਨੀ ਦਾ ਨਸ਼ਾ, ਉਧਰੋਂ ਧਨ ਦਾ ਨਸ਼ਾ, ਉਧਰੋਂ ਚੰਗੀ ਕੁਲ ਦਾ ਨਸ਼ਾ, ਤੇ ਫਿਰ ਉਧਰੋਂ ਨਾਲ ਹੋਰ ਕਈ ਤਰ੍ਹਾਂ ਦੇ ਨਸ਼ਿਆਂ ਵਿੱਚ ਜਦੋਂ ਗਲਤ ਹੋ ਜਾਏ ਤੇ ਫਿਰ ਤਾਂ ਪਰਮਾਤਮਾ ਹੀ ਬਚਾਵੇ ਤਾਂ ਬਚੇ, ਨਹੀਂ ਤਾਂ ਬਚਣਾ ਔਖਾ ਹੈ। ਇੱਕ ਧਨ ਦਾ ਨਸ਼ਾ, ਦੂਜਾ ਜਵਾਨੀ ਦਾ ਨਸ਼ਾ, ਤੀਜਾ ਚੰਗੀ ਕੁਲ ਦਾ ਨਸ਼ਾ, ਤੇ ਚੌਥੇ ਆ ਜਿਹੜੇ ਹੋਰ ਨਸ਼ੇ ਹੁੰਦੇ ਨੇ ਸੰਸਾਰ ਵਿੱਚ, ਕੋਈ ਸ਼ਰਾਬ ਦਾ ਨਸ਼ਾ, ਕੋਈ ਹੋਰ ਨਸ਼ਾ। ਕਹਿੰਦੇ ਇਹਨਾਂ ਨਸ਼ਿਆਂ ਦੇ ਸਹਿਤ ਜਿਹੜੀ ਜਵਾਨੀ ਬੀਤ ਰਹੀ ਹੈ, ਤੇ ਇੰਨੇ ਨਸ਼ਿਆਂ ਵਿੱਚ ਰਹਿ ਕੇ ਵੀ ਕੋਈ ਰੱਬ ਦਾ ਚਿੰਤਨ ਕਰੇ ਤਾਂ ਖੇਡ ਬਣ ਸਕਦੀ ਹੈ, ਪਰ ਬੜਾ ਔਖਾ ਕੰਮ ਹੈ, ਔਖੀ ਘਾਟੀ ਹੈ। ਤੋ ਭਰ ਜੋਬਨ ਮੈਂ ਮਤ ਪਈੜਾ ਘਰ ਪਹੁਣੀ ਬਲਰਾਮ ਜੀਓ। ਮੈਲੀ ਅਵਗੁਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ। ਕਹਿੰਦੇ ਜਵਾਨੀ ਦੇ ਨਸ਼ੇ ਵਿੱਚ ਮਸਤ ਹੋਈਏ ਜੀਵ ਰੂਪੀ ਇਸਤਰੀਏ, ਤੂੰ ਇਹ ਭੁੱਲ ਗਈ ਹੈ ਕਿ ਤੈਂ ਇਹ ਸੰਸਾਰ ਦੇ ਵਿੱਚ ਕੇਵਲ ਪੇਕੇ ਘਰ 'ਚ ਰਹਿ ਰਹੀ ਹੈ। ਇਹਨੂੰ ਛੱਡ ਕੇ ਤੂੰ ਸਹੁਰੇ ਘਰ ਵੰਝਣਾ, ਸਹੁਰੇ ਘਰ ਜਾਣਾ, ਯਾਨੀ ਕਿ ਤੇਰਾ ਪਰਲੋਕ ਗਮਨ ਹੋਣਾ। ਤੇਰਾ ਹਿਰਦਾ ਮੈਲਾ ਔਗਣਾਂ ਦੇ ਸਹਿਤ ਭਰਿਆ ਹੋਇਆ, ਤੇ ਗੁਰੂ ਤੋਂ ਬਿਨਾਂ ਤੇਰੇ ਹਿਰਦੇ ਰੂਪੀ ਘਰ ਵਿੱਚ ਸ਼ੁਭ ਗੁਣ ਨਹੀਂ ਸਮਾਵਣੇ। ਬਿਨ ਗੁਰ ਗੁਣ ਨਾ ਸਮਾਵਨੀ, ਗੁਰੂ ਤੋਂ ਬਿਨਾਂ ਤੇਰੇ ਹਿਰਦੇ ਰੂਪੀ ਘਰ 'ਚ ਗੁਣ ਨਹੀਂ ਵਸਣੇ। ਜਵਾਨੀ ਦੇ ਨਸ਼ੇ ਵਿੱਚ ਮਸਤ ਹੋਏ ਨੇ, ਕਦੇ ਰੱਬ ਦਾ ਚਿੰਤਨ ਨਹੀਂ ਕੀਤਾ, ਕਦੇ ਪਰਮੇਸ਼ਰ ਦਾ ਚਿੰਤਨ ਨਹੀਂ ਕੀਤਾ। ਕਮਰ ਕਟਾਰਾ ਬੰਕੜਾ ਬੰਕੇ ਕਾ ਸਵਾਰ, ਗਰਭ ਨਾ ਕੀਜੈ ਨਾਨਕਾ ਮਤ ਸਿਰ ਆਵੈ ਭਾਰ। ਕਹਿੰਦੇ ਇੱਕ ਦਿਨ ਇੱਕ ਨੌਜਵਾਨ ਘੋੜੇ ਤੇ ਸਵਾਰ, ਸ਼ਮਲੇ ਵਾਲੀ ਪੱਗ ਬੱਧੀ, ਚਾਦਰਾ ਲਾਇਆ, ਕਮਰ ਕੱਸੇ ਵਿੱਚ ਕਟਾਰ ਪਾਈ ਹੋਈ, ਬੜਾ ਜਵਾਨ ਘੋੜਾ, ਉਹਦੇ ਤੇ ਸਵਾਰ ਹੋ ਕੇ ਜਵਾਨ ਟੁਰਿਆ ਆਉਂਦਾ, ਤੇ ਰਾਹ 'ਚ ਆਉਂਦੇ ਆਉਂਦੇ ਭਾਈ ਮਰਦਾਨਾ ਜੀ, ਸਤਿਗੁਰੂ ਜੀ ਤੇ ਭਾਈ ਬਾਲਾ ਜੀ ਟੁਰੇ ਜਾਂਦੇ।
ਬਿਨਾਂ ਕਿਸੇ ਪ੍ਰਕਾਰ ਦੇ ਵੀ ਉਹ ਭਾਈ ਮਰਦਾਨੇ ਨਾਲ ਕੋਈ ਗੱਲ ਨਹੀਂ ਹੋਈ, ਕੋਈ ਸਾਂਝ ਨਹੀਂ ਸੀ। ਆਉਂਦੇ ਨੇ ਘੋੜੇ ਤੇ ਬੈਠੇ ਬੈਠੇ ਨੇ ਜ਼ੋਰ ਨਾਲ ਠੁੱਡਾ ਭਾਈ ਮਰਦਾਨੇ ਨੂੰ ਮਾਰਿਆ। ਭਾਈ ਮਰਦਾਨਾ ਜੀ ਭੁੰਜੇ ਡਿੱਗ ਪਏ ਤੇ ਸਾਹਿਬ ਨੂੰ ਕਹਿੰਦੇ, ਮਹਾਰਾਜ ਮੈਂ ਤਾਂ ਇਹਨੂੰ ਕੁਝ ਕਿਹਾ ਨਹੀਂ, ਉਦਾਂ ਲੰਘੇ ਜਾਂਦੇ ਨੇ ਆ ਕੇ ਮੈਨੂੰ ਘੋੜੇ ਤੋਂ ਠੁੱਡ ਮਾਰਿਆ ਪਾਤਸ਼ਾਹ। ਮਹਾਰਾਜ ਜੀ ਮੈਂ ਇਹਦਾ ਕੀ ਵਿਗਾੜਿਆ? ਪਾਤਸ਼ਾਹ ਕਹਿੰਦੇ, ਮਰਦਾਨਿਆਂ ਤੈਂ ਨਹੀਂ, ਜਿਹੜੀ ਇਹਦੇ ਤੇ ਜਵਾਨੀ ਆਈ ਉਸ ਜਵਾਨੀ ਦੇ ਨਸ਼ੇ ਨੇ ਇਹਨੂੰ ਵਿਗਾੜਿਆ ਹੋਇਆ। ਉੱਥੇ ਗੁਰਦੇਵ ਨੇ ਸ਼ਬਦ ਉਚਾਰਿਆ ਸੀ, ਕਮਰ ਕਟਾਰਾ ਬੰਕੁੜਾ ਬੰਕੇ ਕਾ ਸਵਾਰ। ਲੱਕ ਨਾਲ ਕਟਾਰ ਬੱਧੀ ਹੋਈ ਹੈ, ਬੜਾ ਬੰਕਾ छैल ਛਬੀਨਾ ਨੌਜਵਾਨ ਹੈ, ਤੇ ਨੌਜਵਾਨ ਹੀ ਘੋੜੇ ਤੇ ਸਵਾਰ ਹੈ। ਉਹ ਹੰਕਾਰ ਨਾ ਕਰ ਇਸ ਜਵਾਨੀ ਤੇ, ਮਤਾ ਸਿਰ ਭਰਨੇ ਹੋ ਕੇ ਡਿੱਗੇ ਤੇ ਇਹੀ ਭਾਰ ਤੇਰੇ ਸਿਰ ਤੇ ਪਵੇ ਤੇ ਮੌਤ ਦਾ ਕਾਰਨ ਹੋ ਜਾਏ। ਕਹਿੰਦੇ ਬਚਨ ਸਾਹਿਬ ਕਰ ਹੀ ਰਹੇ ਸਨ ਕਿ ਅੱਗੇ ਘੋੜੇ ਦਾ ਪੈਰ ਥਿੜਕਿਆ, ਡਿੱਗਾ ਧੌਣ ਭਰਨੇ ਤੇ ਉਸ ਜਵਾਨ ਦੇ ਸਰੀਰ ਚੋਂ ਪ੍ਰਾਣ ਉਡਨ ਪੰਖੇਰੂ ਹੋ ਗਏ। ਪਾਤਸ਼ਾਹ ਕਹਿੰਦੇ ਕਿਸ ਗੱਲ ਦਾ ਮਾਣ ਸੀ ਬਈ? ਇੱਕ ਜਵਾਨ ਟੁਰਿਆ ਜਾਂਦਾ, ਪੈਰ ਵਿੱਚ ਜੁੱਤੀ ਪਾਈ ਆ ਖੋਸਾ, ਚਾਦਰਾ ਲਾਇਆ ਹੋਇਆ, ਸਿਰ ਤੇ ਸ਼ਮਲੇ ਵਾਲੀ ਪੱਗ ਬੱਧੀ ਆ ਤੇ ਹੱਥ 'ਚ ਖੂੰਡਾ ਫੜਿਆ, ਮੁੱਛਾਂ ਨੂੰ ਵੱਟ ਚਾੜੇ ਹੋਏ ਤੇ ਟੁਰਿਆ ਜਾਂਦਾ ਬੜੀ ਮਸਤੀ ਵਿੱਚ ਵੀ ਮੇਰੇ ਵਰਗਾ ਜਵਾਨ ਨਹੀਂ ਜੇ ਕੋਈ, ਮੇਰੇ ਜਿਹਾ ਬਲੀ ਕੋਈ ਨਹੀਂ ਜੇ। ਲੰਘਿਆ ਜਾਵੇ ਤੇ ਇੱਕ ਕਬਰਾਂ ਦੇ ਵਿੱਚੋਂ, ਮੜੀਆਂ ਦੇ ਵਿੱਚੋਂ ਲੰਘਿਆ ਤੇ ਇੱਕ ਹੱਡੀ ਉਹਦੀ ਪੈਰ ਦੀ ਜੁੱਤੀ ਥੱਲੇ ਆਈ ਤੇ ਕੜਕ ਕੇ ਚੂਰਾ ਚੂਰਾ ਹੋ ਗਈ। ਕਹਿੰਦੇ ਉਸ ਹੱਡੀ ਚੋਂ ਆਵਾਜ਼ ਆਈ, ਉਹ ਮਾਨੋ ਜਿਵੇਂ ਬੋਲ ਕੇ ਕਹਿੰਦੀ ਹੋਵੇ, ਕਭੀ ਹਮ ਵੀ ਤੇਰੀ ਤਰ੍ਹਾਂ ਇਨਸਾਨ ਥੇ। ਕਾਹਦਾ ਮਾਣ ਕਰਕੇ ਟੁਰਿਆ ਜਾਂਦਾ ਸੱਜਣਾ, ਕਦੇ ਤੇਰੇ ਵਾਂਗੂ ਮੈਂ ਵੀ ਇਨਸਾਨ ਹੁੰਦਾ ਸੀ, ਅੱਜ ਤੇਰੇ ਪੈਰ ਦੀ ਥੱਲੇ ਜ਼ਮੀਨ ਦੇ ਵਿੱਚ ਆਹ ਹੱਡੀ ਬਣ ਕੇ ਮਿੱਟੀ 'ਚ ਗਰਕ ਹੋਇਆ ਪਿਆ ਹੋਇਆ। ਕਾਹਦਾ ਮਾਣ, ਕਾਹਦਾ ਹੰਕਾਰ। ਕਹਿੰਦੇ ਜਵਾਨੀ ਦੇ ਨਸ਼ੇ 'ਚ ਤੂਰਨ ਬੈਸ ਨਾ ਚੇਤਨ ਕੀਨੋ, ਤਰਨ ਬੈਸ ਨਹਿ ਚੇਤਨ ਕੀਨੋ। ਜਵਾਨੀ ਦੀ ਅਵਸਥਾ ਵਿੱਚ ਰੱਬ ਦਾ ਚਿੰਤਨ ਨਹੀਂ ਸੀ ਕੀਤਾ। ਬ੍ਰਿਧ ਪਇਓ ਇੰਦਰੀ ਬਲ ਖੀਨੋ, ਤੇ ਜਦੋਂ ਬਿਰਧ ਹੋ ਗਿਆ, ਬੁਢੇਪਾ ਆ ਗਿਆ, ਫਿਰ ਇੰਦਰੀਆਂ ਦਾ ਬਲ ਥੱਕ ਗਿਆ। ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁਧਵਾਨੀ। ਫਿਰ ਇਹ ਹਾਲਤ ਹੋ ਗਈ, ਸਿਰ ਕੰਪਿਓ ਪਗ ਡਗਮਗੇ, ਨੈਣ ਜੋਤ ਤੇ ਹੀਨ। ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਕਹਿੰਦੇ ਸਰੀਰ ਦੀਆਂ ਇੰਦਰੀਆਂ ਦਾ ਬਲ ਨਿਖੁੱਟ ਗਿਆ। ਗੌਰ ਬਿਕੇ ਐ ਚਲਨ ਤਿਆਰੀ, ਫਿਰ ਕਹਿੰਦੇ ਕਬਰ ਵਿੱਚ ਜਾਣ ਦੀ ਤਿਆਰੀ ਹੋ ਗਈ। ਅਬ ਸਾਹਿਬ ਸੋ ਮਿਲਣਾ ਭਾਰੀ। ਕਹਿੰਦੇ ਜਦੋਂ ਕਬਰ 'ਚ ਜਾਣ ਦੀ ਤਿਆਰੀ ਹੋ ਗਈ, ਉਦੋਂ ਸੋਚਦਾ ਵੀ ਹੁਣ ਸਾਹਿਬ ਨੂੰ ਮਿਲਣ ਦੀ ਤਿਆਰੀ ਕਰਾਂ, ਹੁਣ ਵੱਡੀ ਤਿਆਰੀ ਐ। ਪੂਰਬ ਖਿਜਮਤ ਕੰਤ ਨਾ ਹੋਈ। ਕਹਿੰਦੇ ਪਹਿਲਾਂ ਤਾਂ ਉਸ ਕੰਤਪਤੀ ਪ੍ਰਮਾਤਮਾ ਦੀ ਕੋਈ ਖਿਜਮਤ ਨਹੀਂ ਕੀਤੀ। ਕਿਉਂ ਅਬ ਨਾਰ ਮਿਲੇ ਐ ਸੋਈ। ਹੁਣ ਆਖੇ ਵੀ ਹੁਣ ਮੈਂ ਪਰਮੇਸ਼ਰ ਨੂੰ ਮਿਲ ਲਵਾਂ, ਤੇ ਕਹਿੰਦੇ ਕਿਵੇਂ ਅਕਾਲ ਪੁਰਖ ਨੂੰ ਮਿਲੇ, ਕਿਵੇਂ ਉਹਦੇ 'ਚ ਭੇਦ ਹੋਵੇ। ਸ਼ੇਖ ਬਚਨ ਸੁਨ ਗਿਆਨ ਉਦਾਰਾ। ਸ਼ੇਖ ਬ੍ਰਹਮ ਜੀ ਦੀ ਇਹ ਬੇਨਤੀ ਸੁਣ ਕੇ ਗਿਆਨ ਦੇ ਵਿੱਚ ਉਦਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੈਂ ਸੋ ਬੋਰ ਸ਼ਲੋਕ ਉਚਾਰਾ। ਪਾਤਸ਼ਾਹ ਜੀ ਨੇ ਪਾਵਨ ਸ਼ਲੋਕ ਉਚਾਰਨ ਕੀਤਾ ਜੋ ਮਾਰੂ ਦੀ ਵਾਰ ਦੇ ਵਿੱਚ ਦਰਜ ਹੈ। ਸ਼ਲੋਕ ਮਹੱਲਾ ਪਹਿਲਾ। ਮਹੱਲ ਕੁਚਜੀ ਮੜਵੜੇ, ਕਾਲੀ ਮਨੋ ਕੋ ਸੁਧ। ਸ਼ਲੋਕ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਉਚਾਰਦੇ ਹਨ। ਮਹਿਲ ਕੁਚਜੀ ਮੜਵੜੀ। ਮਹਿਲ ਕੁਚਜੀ, ਕੁਚਜੀ ਤੇ ਸੁਚੱਜੀ ਸੂਈ ਰਾਗ ਵਿੱਚ ਪਾਤਸ਼ਾਹ ਨੇ ਬਾਣੀਆਂ ਉਚਾਰਨ ਕੀਤੀਆਂ। ਮੰਝ ਕੁਚੱਜੀ ਅੰਮਾਵਣ ਡੋਸੜੇ। ਕੁਚੱਜੀ ਵਿੱਚ ਇੰਨੇ ਦੋਸ਼ ਨੇ ਕਿ ਉਹਦੇ ਵਿੱਚ ਅਮਾਵਣ ਮੇਮਦੇ ਨਹੀਂ ਹਨ। ਮਹਿਲ ਕੁਚੱਜੀ
ਜਿਹਦਾ ਚੱਜ ਚੰਗਾ ਨਹੀਂ, ਜਿਹਦਾ ਆਚਾਰ ਚੰਗਾ ਨਹੀਂ, ਜਿਹਦਾ ਵਿਵਹਾਰ ਚੰਗਾ ਨਹੀਂ, ਜਿਹਦੀ ਬੋਲ ਬਾਣੀ ਚੰਗੀ ਨਹੀਂ, ਜਿਹਦਾ ਕਿਰਦਾਰ ਚੰਗਾ ਨਹੀਂ, ਉਹਨੂੰ ਕਹਿੰਦੇ ਆ ਕੁਚੱਜੀ। ਜਿਹੜੀ ਹਰ ਵੇਲੇ ਝੂਠ ਬੋਲੇ, ਜਿਹੜਾ ਹਰ ਵੇਲੇ ਨਿੰਦਾ ਕਰੇ, ਜਿਹੜਾ ਹਰ ਵੇਲੇ ਚੁਗਲੀ ਵਿੱਚ ਲੱਗਾ ਰਹੇ, ਜਿਹੜਾ ਹਰ ਵੇਲੇ ਕਾਮ ਕ੍ਰੋਧ ਆਦਿਕ ਵਿਕਾਰ ਦਾ ਗੁਲਾਮ ਬਣਿਆ ਰਹੇ, ਉਹਨੂੰ ਕਹਿੰਦੇ ਆ ਕੁਚੱਜੀ। ਗਰੀਬ ਨਵਾਜ ਸਾਹਿਬ ਕਹਿੰਦੇ ਜੀਵ ਰੂਪੀ ਇਸਤਰੀ ਕੁਚੱਜੀ ਹੈ, ਮਹਿਲ ਕੁਚੱਜੀ। ਮੜਵੜੀ, ਮੜਵੜੀ ਕਿਹਨੂੰ ਕਹਿੰਦੇ ਆ? ਆ ਜਿਹੜਾ ਸਰੀਰ ਹੈ, ਇਸ ਮੜੀ ਵਰਗੇ ਸਰੀਰ ਦੇ ਨਾਲ ਇਹਨੇ ਆਪਣਾ ਚਿੱਤ ਲਾਇਆ ਹੋਇਆ, ਇਹਨੂੰ ਵਡਿਆਈ ਜਾਂਦਾ ਵੀ ਮੈਂ ਬੜਾ ਸੁੰਦਰ ਹਾਂ, ਮੈਂ ਬੜਾ ਬਲੀ। ਇਹਨੂੰ ਵਡਿਆਈ ਜਾਂਦਾ, ਇਸ ਮੜੀ ਨੂੰ ਹੀ ਵਡਿਆਈ ਜਾਂਦਾ। ਮੜਵੜੀ ਇਹਦੀ ਵਡਿਆਈ ਕਰੀ ਜਾਂਦਾ। ਕਾਲੀ, ਹਿਰਦਾ ਕਾਲਾ ਸ਼ਾਹ ਹੋਇਆ ਫਿਰਦਾ, ਜਨਮਾਂ ਜਨਮਾਂ ਦੇ ਪਾਪਾਂ ਦੀ ਮੈਲ ਹਿਰਦੇ 'ਚ ਲੱਗੀ। ਇਸ ਜਨਮ ਦੇ ਪਤਾ ਨਹੀਂ ਖਬਰੇ ਕਿੰਨੇ ਕੁ ਪਾਪ ਨੇ, ਜਿਨ੍ਹਾਂ ਪਾਪਾਂ ਕਰਕੇ ਇਹ ਜੀਵ ਰੂਪੀ ਇਸਤਰੀ, ਇਹਦਾ ਅੰਤਸ਼ਕਰਨ ਕਾਲਾ ਹੋਇਆ ਪਿਆ। ਕਾਲੀ ਮਨ ਹੋ ਕਸ਼ੁੱਧ, ਕਹਿੰਦੇ ਹਿਰਦਾ ਮਨ ਕੁਸ਼ੁੱਧ ਹੈ, ਅਪਵਿੱਤਰ ਹੈ, ਪਵਿੱਤਰ ਨਹੀਂ ਹੈ, ਮਲੀਨ ਹੈ, ਅੰਦਰੋਂ ਕਾਲੀ ਹੈ। ਜੇ ਗੁਣ ਹੋਵਨ ਤਾ ਪਿਰ ਰਵੇ, ਨਾਨਕ ਅਵਗੁਣ ਮੁੰਦ। ਪਾਤਸ਼ਾਹ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ, ਕਿਉਂਕਿ ਪੀਰ ਸ਼ੇਖ ਬ੍ਰਹਮ ਨੇ ਆਖਿਆ ਵੀ ਜੇ ਜਵਾਨੀ 'ਚ ਨਹੀਂ ਰਾਵਿਆ ਤੇ ਬੁਢੇਪੇ 'ਚ ਤਿਆਰੀ ਕਰੇ ਵੀ ਹੁਣ ਮਿਲਿਆ ਜਾ ਸਕਦਾ, ਕਿ ਐਸਾ ਹੋ ਸਕਦਾ? ਪਾਤਸ਼ਾਹ ਕਹਿੰਦੇ ਭਾਵੇਂ ਹੋਵੇ ਜਵਾਨੀ, ਭਾਵੇਂ ਹੋਵੇ ਬਚਪਨ, ਤੇ ਭਾਵੇਂ ਹੋਵੇ ਬੁਢੇਪਾ, ਜਦੋਂ ਤੱਕ ਇਹ ਅਵਗੁਣਾਂ ਨਾਲ ਭਰੀ ਹੋਈ ਹੈ, ਇਹਦੇ ਹਿਰਦੇ 'ਚ ਅਵਗੁਣ ਨੇ, ਉਦੋਂ ਤੱਕ ਉਸ ਅਕਾਲ ਪੁਰਖ ਪਰਮੇਸ਼ਰ ਵਿੱਚ ਅਭੇਦ ਨਹੀਂ ਹੋ ਸਕਦਾ। ਜੇ ਗੁਣ ਹੋਵਨ ਤਾਂ ਪਿਰ ਰਵੈ, ਜੇ ਇਹਦੇ 'ਚ ਗੁਣ ਹੋਣ, ਇਹਦੇ 'ਚ ਸਬਰ ਹੋਵੇ, ਇਹਦੇ 'ਚ ਦਇਆ ਹੋਵੇ, ਇਹਦੇ 'ਚ ਉਪਰਾਮਤਾ ਹੋਵੇ, ਇਹਦੇ 'ਚ ਵਿਰਾਗ ਹੋਵੇ, ਇਹਦੇ 'ਚ ਵਿਵੇਕ ਹੋਵੇ, ਇਹਦੇ 'ਚ ਸਤ ਹੋਵੇ, ਇਹ ਜਿਤਨੇ ਸ਼ੁਭ ਗੁਣ ਨੇ ਜੇ ਇਹਦੇ ਵਿੱਚ ਹੋਵਣ ਤਾਂ ਪਿਰ ਰਵੈ, ਤਾਂ ਪਾਰ ਬ੍ਰਹਮ ਪਰਮੇਸ਼ਰ ਦੇ ਵਿੱਚ ਇਹ ਅਭੇਦ ਹੋ ਸਕਦੀ ਹੈ। ਨਾਨਕ ਅਵਗੁਣ ਮੁੰਦ। ਪਰ ਕੀ ਕਰੇ, ਗੁਰੂ ਨਾਨਕ ਸਾਹਿਬ ਕਹਿੰਦੇ ਇਸ ਜੀਵ ਰੂਪੀ ਮੁੰਦ ਦੇ ਵਿੱਚ, ਇਸਤਰੀ ਵਿੱਚ ਕੇਵਲ ਔਗਣ ਹੀ ਔਗਣ ਹਨ। ਇਹ ਔਗਣਾਂ ਨਾਲ ਭਰੀ ਜੀਵ ਰੂਪੀ ਇਸਤਰੀ ਉਸ ਗੁਣਾਂ ਦੇ ਮਾਲਕ ਪਰਮੇਸ਼ਰ ਵਿੱਚ ਕਿਵੇਂ ਮਿਲੇ, ਕਿਵੇਂ ਅਭੇਦ ਹੋਵੇ? ਦੋਹਰਾ ਮਹਿਲ ਕੁਚੱਜੀ ਬਿਸ਼ਰਤ, ਕਾਲੀ ਕਲਮਲ ਸੰਗ। ਮਹਾਰਾਜ ਜੀ ਕਹਿੰਦੇ ਜੀਵ ਰੂਪੀ ਇਸਤਰੀ ਕੁਚੱਜੀ ਹੈ, ਵਿਸ਼ਿਆਂ ਤੇ ਵਿਕਾਰਾਂ ਵਿੱਚ ਇਹਦੀ ਰੱਤ ਹੈ, ਹਿਰਦਾ ਇਹਦਾ ਕਾਲਾ ਹੈ, ਪਾਪ ਕਰਮਾਂ ਦੀ ਮੈਲ ਨਾਲ ਇਹਦਾ ਹਿਰਦਾ ਮਲੀਨ ਹੋ ਰਿਹਾ ਹੈ। ਦ્વੈਤ ਰਿਦੇ ਬਦ ਬੋਏ ਅਤ, ਕਿਉ ਮਾਣੇ ਪਿਰ ਰੰਗ। ਕਹਿੰਦੇ ਦਵੈਸ਼ ਦੀ ਬਦਬੂ ਆਉਂਦੀ ਹੈ, ਇਹਦੇ ਅੰਦਰੋਂ ਮੁਸ਼ਕ ਆਉਂਦੀ ਹੈ ਦਵੈਸ਼ ਦੀ, ਤੇ ਮੁਸ਼ਕ ਮਾਰੀ ਹੈ ਜੀਵ ਰੂਪੀ ਇਸਤਰੀ, ਜਿਹਦੇ ਚੋਂ ਦਵੈਸ਼ ਦੀ ਬਦਬੂ ਪੀ ਆਉਂਦੀ ਹੈ, ਮੁਸ਼ਕ ਪੀ ਆਉਂਦੀ ਹੈ। ਇਹ ਉਸ ਪਤੀ ਪ੍ਰਮਾਤਮਾ ਨਾਲ ਕਿਵੇਂ ਮਿਲੇ, ਉਹਦੇ 'ਚ ਇਹਦਾ ਸਵਰੂਪ, ਉਹਦੇ ਸਵਰੂਪ ਵਿੱਚ ਇਹ ਕਿਵੇਂ ਅਭੇਦ ਹੋਵੇ, ਕਿਵੇਂ ਉਸ ਪਤੀ ਦਾ ਰੰਗ ਮਾਣੇ। ਚੋਪਈ ਕੰਤ ਸੁਗੜ ਉਸ਼ਨਾਕ ਮਨੋਗ। ਕਹਿੰਦੇ ਜਿਹੜਾ ਉਹ ਕੰਤ ਹੈ ਬੜਾ ਸੁਗੜ ਸਿਆਣਾ, ਬੜਾ ਮਨੋਗ, ਮਨ ਨੂੰ ਮੋਹ ਲੈਣ ਵਾਲਾ ਹੁਸ਼ਿਆਰ ਹੈ। ਜਾਨਤ ਤਨ ਨੇ ਰਾਵਣ ਜੋਗ। ਉਹ ਬੜਾ ਸੁੰਦਰ ਹੈ। ਉਹ ਜਦੋਂ ਵੇਖਦਾ ਵੀ ਇਹ ਜੀਵ ਰੂਪੀ ਇਸਤਰੀ ਤਾਂ ਬੜੀ ਮੈਲੀ ਕੁਚੈਲੀ ਹੈ, ਇਹਦਾ ਹਿਰਦਾ ਮੈਲਾ, ਇਹਦਾ ਮਨ ਅਪਵਿੱਤਰ, ਇਹਦੇ ਚੋਂ ਦਵੈਸ਼ ਦੀ ਮੁਸ਼ਕ ਪਈ ਆਉਂਦੀ ਹੈ, ਤਾਂ ਫਿਰ ਉਹ ਪਤੀ ਪ੍ਰਮਾਤਮਾ ਵੇਖਦਾ ਵੀ ਇਹ ਇਸਤਰੀ ਮੇਰੇ ਰਾਵਣ ਯੋਗ ਨਹੀਂ, ਇਹ ਜੀਵ ਰੂਪੀ ਇਸਤਰੀ ਮੇਰੇ ਵਿੱਚ ਆਪਣੇ ਸਵਰੂਪ ਵਿੱਚ ਅਭੇਦ ਕਰਨ ਯੋਗ ਨਹੀਂ। ਫਿਰ ਇਸ ਤਰ੍ਹਾਂ ਜਾਣ ਕੇ ਤਜ ਤੈ ਨਾਰ ਸੁਚੱਜੀ ਜੋ। ਇਹੋ ਜਿਹੀ ਕੁਚੱਜੀ ਨੂੰ ਛੱਡ ਕੇ ਪਤੀ ਪ੍ਰਮਾਤਮਾ ਉਹਨਾਂ ਨੂੰ ਆਪਣੇ ਨਾਲ ਮੇਲਦਾ ਜਿਹੜੀਆਂ ਸੁਚੱਜੀਆਂ ਹੁੰਦੀਆਂ। ਸੁਚੱਜੀਆਂ ਕੌਣ ਨੇ? ਜਿਨ੍ਹਾਂ 'ਚ ਸ਼ੁਭ ਗੁਣ ਹੋਵਣ, ਉਹ ਸੁਚੱਜੀਆਂ ਹਨ। ਉਹ ਸੁਚੱਜੀਆਂ ਜੀਵ ਰੂਪੀ ਇਸਤਰੀਆਂ ਨੂੰ ਆਪਣੇ ਨਾਲ ਮੇਲ ਕੇ ਅਭੇਦ ਕਰਦਾ ਤੇ ਕੁਚੱਜੀਆਂ ਦਾ ਤਿਆਗ ਕਰ ਦਿੰਦਾ ਹੈ। ਸਤ ਸ਼ਿੰਗਾਰ ਜੈ
ਰਵ ਹੈ ਸੋ। ਔਰ ਜਿਹੜੀਆਂ ਸੱਤ ਨੇ, ਸੱਤ ਤੇ ਸੰਤੋਖ ਦੇ ਸਹਿਤ ਨੇ, ਉਹਨਾਂ ਜੀਵ ਰੂਪੀ ਇਸਤਰੀਆਂ ਨੂੰ ਜਿਨ੍ਹਾਂ ਨੇ ਸੱਤ ਦਾ ਸ਼ਿੰਗਾਰ ਬਣਾਇਆ। ਸੱਤ ਦਾ ਸ਼ਿੰਗਾਰ, ਸੱਤ ਦਾ ਸ਼ਿੰਗਾਰ ਕਿਹੜਾ ਹੈ? ਪਾਤਸ਼ਾਹ ਕਹਿੰਦੇ ਆ, ਭੈ ਕੀਆਂ ਦੇ ਸਲਾਈਆਂ ਨੈਣੀ, ਭਾਵ ਕਾ ਕਰ ਸ਼ਿੰਗਾਰੋ। ਭੈ ਕੀਆਂ ਦੇ ਸਲਾਈਆਂ ਨੈਣੀ, ਆਪਣੀਆਂ ਅੱਖਾਂ 'ਚ ਪਰਮੇਸ਼ਰ ਦੇ ਡਰ ਤੇ ਭੈ ਦਾ ਸੁਰਮਾ ਪਾਓ। ਭਾਵ ਕਾ ਕਰ, ਪ੍ਰੇਮ ਦਾ ਸ਼ਿੰਗਾਰ ਬਣਾਓ। ਕਹਿੰਦੇ ਜਦੋਂ ਇਦਾਂ ਦਾ ਸ਼ਿੰਗਾਰ ਬਣਾਓਗੀਆਂ ਤੇ ਫਿਰ ਉਹ ਪਤੀ ਪਰਮੇਸ਼ਵਰ ਤੁਹਾਨੂੰ ਆਪਣੇ ਸਰੂਪ 'ਚ ਭੇਦ ਕਰੇਗਾ। ਫਿਰ ਉਹ ਅਕਾਲ ਪੁਰਖ ਪਰਮੇਸ਼ਰ ਆਪਣੇ ਵਿੱਚ ਮਿਲਾ ਕੇ ਇੱਕਮਿਕ ਕਰੇਗਾ। ਕਾਮ ਕ੍ਰੋਧ ਲੋਭ ਅਹੰਕੂਰ, ਤੇ ਜਿਹੜੀਆਂ ਜੀਵ ਰੂਪੀ ਇਸਤਰੀਆਂ ਦੇ ਅੰਦਰ ਕਾਮ ਦੀ ਵਾਸ਼ਨਾ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ ਤੇ ਝੂਠ ਨਾਲ ਭਰੀਆਂ ਹੋਈਆਂ ਨੇ। ਮਨ ਕੁਚਾਲ ਕੀ ਕੀਨ ਜੇ ਦੂਰ, ਜਿਨ੍ਹਾਂ ਨੇ ਆਪਣੇ ਹਿਰਦੇ ਚੋਂ ਇਹ ਸਾਰੇ ਵਿਕਾਰ ਦੂਰ ਕਰ ਦਿੱਤੇ ਨੇ, ਕਾਮ ਕ੍ਰੋਧ ਲੋਭ ਹੰਕਾਰ ਝੂਠ ਤੇ ਮਾੜੇ ਚਾਲ ਚੱਲਣ ਦੀ ਜਿਹੜੀ ਮੈਲ ਹੈ ਉਹ ਆਪਣੇ ਹਿਰਦੇ ਚੋਂ ਦੂਰ ਕਰ ਦਿੱਤੀ ਹੈ। ਤੈਂ ਸੋ ਰਾਵੇ ਕਰ ਹੀ ਪਿਆਰਾ, ਪਰਮੇਸ਼ਰ ਉਹਨਾਂ ਜੀਵ ਰੂਪੀ ਇਸਤਰੀਆਂ ਨੂੰ ਰਾਵਦਾ ਹੈ ਔਰ ਉਹਨਾਂ ਨਾਲ ਪ੍ਰੇਮ ਕਰਕੇ ਉਹਨਾਂ ਨੂੰ ਆਪਣੇ 'ਚ ਭੇਦ ਕਰਦਾ ਹੈ। ਬਿਨ ਸ਼ਿੰਗਾਰ ਤਨ ਸਦਾ ਖੁਆਰਾ, ਤੇ ਜਿਹੜੀਆਂ ਜੀਵ ਰੂਪੀ ਇਸਤਰੀਆਂ ਨੇ ਇਹੋ ਜਿਹਾ ਸ਼ਿੰਗਾਰ ਨਹੀਂ ਬਣਾਇਆ ਜਿਹੜਾ ਉਪਰੋਕਤ ਪੰਕਤੀਆਂ 'ਚ ਦੱਸਿਆ, ਸੱਤ ਦਾ ਸ਼ਿੰਗਾਰ ਨਹੀਂ ਬਣਾਇਆ, ਉਹ ਜੀਵ ਰੂਪੀ ਇਸਤਰੀਆਂ ਸਦਾ ਖੁਆਰ ਹੁੰਦੀਆਂ ਹਨ। ਕੰਤ ਬਿਕੈ ਲਖ ਦੋਸ਼ ਨ ਕੋ, ਕਹਿੰਦੇ ਉਸ ਪਤੀ ਪਰਮਾਤਮਾ ਵਿੱਚ ਨਹੀਂ ਕੋਈ ਦੋਸ਼। ਕੱਲ ਨੂੰ ਕੋਈ ਆਖੇ ਵੀ ਉਸ ਕੰਤ 'ਚ ਕੋਈ ਦੋਸ਼ ਹੈ, ਕੰਤ 'ਚ ਦੋਸ਼ ਨਹੀਂ, ਇਸ ਜੀਵ ਰੂਪੀ ਇਸਤਰੀ ਵਿੱਚ ਹੀ ਦੋਸ਼ ਸਨ ਕਿ ਉਹ ਕੰਤ ਪਤੀ ਪਰਮਾਤਮਾ ਨੇ ਨੂੰ ਆਪਣੇ 'ਚ ਭੇਦ ਨਹੀਂ ਕੀਤਾ। ਕਰਤ ਅਵਗਿਆ ਧਨ ਇਤ ਖੋ, ਇਹ ਜੀਵ ਰੂਪੀ ਇਸਤਰੀ ਉਸ ਪਤੀ ਦੀ ਅਵਗਿਆ ਕਰਦੀ ਹੈ ਔਰ ਧਨ ਦੇ ਨਿਮਿਤ, ਸੰਸਾਰੀ ਪਦਾਰਥਾਂ ਦੇ ਨਿਮਿਤ ਉਸ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਤੋਂ ਦੂਰ ਕਰ ਲੈਂਦੀ ਹੈ। ਤੈਂ ਕੋ ਤਿਆਗ ਬਿਖੇ ਸੰਗ ਰਾਚੀ, ਔਰ ਇਹ ਕੁਚੱਜੀ ਜੀਵ ਰੂਪੀ ਇਸਤਰੀ ਪਰਮੇਸ਼ਰ ਦਾ ਤਿਆਗ ਕਰਕੇ ਵਿਸ਼ਿਆਂ ਵਿਕਾਰਾਂ ਦੇ ਸੰਗ ਰਚ ਜਾਂਦੀ ਹੈ। ਸੁਨਤ ਸ਼ੇਖ ਪੁਨ ਗਿਰਾ ਉਬਾਚੀ, ਸੁਣ ਕੇ ਅੱਗੋਂ ਸ਼ੇਖ ਬ੍ਰਹਮ ਜੀ ਫਿਰ ਬੋਲੇ, ਕਹਿਣ ਲੱਗੇ, ਸਲੋਕ ਕਵਣ ਸੋ ਅੱਖਰ ਕਵਣ ਗੁਣ, ਕਵਣ ਸੋ ਮਣੀਆਂ ਮੰਤ। ਪੁੱਛਦੇ ਐ ਮਹਾਰਾਜ ਜੀ ਇਹੋ ਜਿਹਾ ਕਿਹੜਾ ਅੱਖਰ ਕਹੀਏ, ਇਹੋ ਜਿਹਾ ਕਿਹੜਾ ਅੱਖਰ ਹੈ ਜਿਹੜੇ ਕਹੀਏ, ਜਿਨ੍ਹਾਂ ਅੱਖਰਾਂ ਨੂੰ ਬੋਲੀਏ, ਜਿਨ੍ਹਾਂ ਅੱਖਰਾਂ ਨੂੰ ਹਿਰਦੇ 'ਚ ਵਸਾਈਏ। ਕਵਣ ਸੋ ਅੱਖਰ, ਕਵਣ ਗੁਣ, ਕਿਹੜੇ ਗੁਣ ਨੇ ਜਿਹੜੇ, ਕਵਣ ਦਾ ਮਤਲਬ ਕਿਹੜੇ ਗੁਣਾਂ ਨੂੰ ਧਾਰਨ ਕਰੀਏ। ਔਰ ਕਵਣ ਸੋ ਮਣੀਆਂ ਮੰਤ, ਕਿਹੜਾ ਮੰਤਰ ਜਿਹੜਾ ਆਪਣੀ ਰਸਨਾ ਤੋਂ ਜਪੀਏ, ਅਰਾਧੀਏ, ਧਿਆਵੀਏ। ਕਵਣ ਸੋ ਵੇ ਸੋ ਹੋ ਕਰੀ ਜਿਤ ਵਸ ਆਵੇ ਕੰਤ, ਕਿਹੜਾ ਵੇਸ ਬਣਾਵਾਂ, ਕਿਹੜਾ ਭੇਖ ਧਾਰਨ ਕਰਾਂ, ਜਿਸ ਭੇਖ ਨੂੰ ਧਾਰਨ ਕੀਤਿਆਂ ਮੇਰਾ ਉਹ ਕੰਤ ਪਤੀ ਪਰਮਾਤਮਾ ਮੇਰੇ ਵਸ ਆ ਜਾਏ, ਮੈਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਵਸ ਵਿੱਚ ਕਰ ਲਵਾਂ। ਐਸਾ ਕਿਹੜਾ ਵੇਸ ਬਣਾਵਾਂ, ਐਸਾ ਕਿਹੜਾ ਵੇਸ ਧਾਰਨ ਕਰਾਂ। ਨਿਵਣ ਸੋ ਅੱਖਰ ਖਵਣ ਗੁਣ, ਜੇਬਾ ਮਣੀਆਂ ਮੰਤ। ਤਾਂ ਸਾਹਿਬ ਫਰਮਾਉਂਦੇ, ਕਹਿੰਦੇ ਭਾਈ ਨਿਵਣ ਸੋ ਅੱਖਰ, ਅੱਖਰ ਕਿਹੜੇ ਖਾਵਣੇ ਨੇ, ਯਾਨੀ ਕਿ ਨਿਮਰਤਾ ਸਹਿਤ ਰਹਿਣਾ, ਇਹ ਨੇ ਅੱਖਰ ਖਾਣੇ, ਇਹ ਨੇ ਅੱਖਰ ਧਾਰਨ ਕਰਨੇ। ਨਿਵਣ ਸੋ ਅੱਖਰ, ਨਿਮਰਤਾ ਸਹਿਤ ਰਹਿਣਾ, ਅਲੀਮੀ ਸਹਿਤ ਰਹਿਣਾ। ਸਾਗਰ ਆਖਦਾ ਨਦੀਏ ਸਾਰੇ, ਬੂਟੇ ਬੂਟੀਆਂ ਲਿਆਵੇਂ, ਪਰ ਤੂੰ ਕਦੇ ਬੈਂਤ ਦਾ ਬੂਟਾ ਨਹੀਂ ਇੱਥੇ ਆਣ ਬਚਾਵੇਂ। ਨਦੀ ਆਖਦੀ ਸੁਣ ਵੇ ਸਾਗਰ, ਆਕੜ ਵਾਲੇ ਸਭ ਬੂਟੇ ਪੁੱਟ ਸਕਾਂ, ਪਰ ਜੋ ਝੁਕੇ ਬਗੇ ਰੋਂ ਰੁੱਖ ਨੂੰ ਪੇਸ਼ ਨਾ ਉਸ ਤੇ ਜਾਵੇ। ਭਾਈ ਵੀਰ ਸਿੰਘ ਜੀ,
ਉਹ ਕਹਿੰਦੇ ਸਮੁੰਦਰ ਕਹਿੰਦਾ ਨਦੀਏ ਬੜੇ ਬੂਟੇ ਬੂਟੀਆਂ ਲਿਆਉਣੀਆਂ ਵਾ ਕੇ, ਪਰ ਕਦੇ ਬੈਂਤ ਦਾ ਬੂਟਾ ਨਹੀਂ ਲਿਆਈ। ਕਦੇ ਉਹਦੇ ਵੀ ਦਰਸ਼ਨ ਕਰਾ ਵੀ ਬੈਂਤ ਦਾ ਬੂਟਾ ਕਿਹੋ ਜਿਹਾ ਹੁੰਦਾ। ਤੇ ਅੱਗੋਂ ਨਦੀ ਕਹਿੰਦੀ ਹੈ, ਨਦੀ ਆਖਦੀ ਸੁਣ ਵੇ ਸਾਗਰ, ਆਕੜ ਵਾਲੇ ਸਭ ਬੂਟੇ ਪੁੱਟ ਸਕਾਂ। ਵੀ ਜਿਨ੍ਹਾਂ ਤਣਿਆਂ ਚ ਆਕੜ ਹੁੰਦੀ ਹੈ ਨਾ, ਜਿਹੜੇ ਲਿਫਦੇ ਨਹੀਂ, ਉਹਨਾਂ ਵੱਡਿਆਂ ਵੱਡਿਆਂ ਬੂਟਿਆਂ ਨੂੰ ਮੈਂ ਜੜੋਂ ਪੁੱਟ ਸਕਦੀ ਹਾਂ, ਆਕੜ ਵਾਲਿਆਂ ਨੂੰ ਮੈਂ ਤੋੜ ਸਕਦੀ ਹਾਂ, ਪੁੱਟ ਸਕਦੀ ਹਾਂ। ਪਰ ਜੋ ਝੁਕੇ ਬਗੈਰੋਂ ਰੁੱਖ ਨੂੰ, ਪੇਸ਼ ਨਾ ਉਸ ਤੇ ਜਾਵੇ। ਪਰ ਬੈਂਤ ਦਾ ਬੂਟਾ ਨਾ ਲਿਫਦਾ, ਉਹ ਝੁਕ ਜਾਂਦਾ, ਜਦੋਂ ਉਹਦੇ ਤੇ ਮੈਂ ਜ਼ੋਰ ਪਾਉਣੀ ਹੋਰ ਲਿਫ ਜਾਂਦਾ। ਜਦੋਂ ਲਿਫ ਜਾਂਦਾ, ਝੁਕ ਜਾਂਦਾ, ਨਿਭ ਜਾਂਦਾ, ਤੇ ਮੇਰੀ ਉਹਦੇ ਤੇ ਪੇਸ਼ ਨਹੀਂ ਜਾਂਦੀ, ਤੇ ਮੈਂ ਉਹਨੂੰ ਪੁੱਟ ਨਹੀਂ ਸਕਦੀ। ਯਾਨੀ ਕਿ ਨਿਮਰਤਾ ਦਾ ਗੁਣ ਹੈ। ਜਿੱਥੇ ਵਿਨਿਮਰਤਾ ਹੈ ਉੱਥੇ ਗੁਰੂ ਸਾਹਿਬ ਦੇ ਚਰਨਾਂ ਨਾਲ ਪ੍ਰੀਤ ਬਣੀ ਰਹਿੰਦੀ ਹੈ। ਕਦੇ ਇਸ ਜੀਵ ਦਾ ਤੋੜ ਵਿਛੋੜਾ ਨਹੀਂ ਹੁੰਦਾ। ਜਿੱਥੇ ਹੰਕਾਰ ਹੈ, ਹੈਂਕੜ ਹੈ, ਉੱਥੇ ਤਾਂ ਫਿਰ ਟੁੱਟਣਾ ਹੀ ਹੈ। ਇਹ ਤਾਂ ਸੁਭਾਵਿਕ ਹੈ। ਪਾਤਸ਼ਾਹ ਕਹਿੰਦੇ ਨਿਵਣ ਸੋ ਅੱਖਰ, ਕਹਿੰਦੇ ਨਿਵਣਾ ਇਹ ਅੱਖਰ ਖਾਣੇ ਕਰ, ਨਿਵਣ ਸੋ ਅੱਖਰ ਖਵਣ ਗੁਣ। ਕਹਿੰਦੇ ਵਿਨਿਮਰਤਾ ਨੂੰ ਧਾਰਨ ਕਰਨਾ ਤੇ ਸ਼ੁਭ ਗੁਣਾਂ ਨੂੰ ਹਿਰਦੇ ਚ ਵਸਾਉਣਾ, ਇਹ ਗੁਣਾਂ ਨੂੰ ਖਾਣਾ ਕਰ, ਯਾਨੀ ਕਿ ਸ਼ੁਭ ਗੁਣਾਂ ਨੂੰ ਧਾਰਨ ਕਰ। ਜਿਹਵਾ ਮਣੀਆਂ ਮੰਤ, ਤੇ ਰਸਨਾ ਤੋਂ ਵਾਹਿਗੁਰੂ 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 ਵਾਹਿ। ਇਹ ਜਾਪ ਜਪ ਉੱਤੇ ਪੁੱਛ ਕੇ ਆਏ ਨੇ ਨਾ ਵੀ ਕਿਹੜੇ ਅੱਖਰ ਧਾਰਨ ਕਰੀਏ, ਕਿਹੜੇ ਗੁਣਾਂ ਨੂੰ ਗਾਈ ਧਾਰਨ ਕਰੀਏ, ਕਿਹੜਾ ਮੰਤਰ ਜਪੀਏ। ਤਾਂ ਇੱਥੇ ਕਹਿੰਦੇ ਆ ਰਸਨਾ ਤੋਂ ਪਰਮੇਸ਼ਰ ਦਾ ਜਾਪ ਜਪ। ਸਤਿਨਾਮ ਵਾਹਿਗੁਰੂ, 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 ਸਤਿਨਾਮ ਵਾਹਿਗੁਰੂ। ਪਾਤਸ਼ਾਹ ਕਹਿੰਦੇ ਭਾਈ ਐਸੇ ਸ਼ੁਭ ਗੁਣਾਂ ਨੂੰ ਧਾਰਨ ਕਰੋ ਔਰ ਰਸਨਾ ਤੋਂ ਪਾਵਨ ਗੁਰਮੰਤਰ ਦਾ ਜਾਪ ਜਪੋ। ਇਹ ਤ੍ਰੈ ਪੈਣੇ ਵੇਸ ਕਰ, ਇਹ ਭੈਣੇ ਆ ਤਿੰਨ ਵੇਸ ਧਾਰਨ ਕਰ ਲੈ। ਤਿੰਨ ਜਿਹੜੇ ਉੱਪਰ ਤ੍ਰੈ ਦੱਸੇ ਐ, ਨਿਵਣ ਸੋ ਅੱਖਰ ਖਵਣ ਗੁਣ ਜਿਹਬਾ ਮਣੀਆਂ ਮੰਤ। ਇਹ ਤ੍ਰੈ ਵੇਸ ਹੈ ਜੀਵ ਰੂਪੀ ਇਸਤਰੀਏ, ਹੈ ਭੈਣੇ ਸਰੀਰ ਤੇ ਧਾਰਨ ਕਰ। ਤਾਂ ਵਸ ਆਵੀ ਕੰਤ, ਯਾਨੀ ਕਿ ਨਿਮਰਤਾ ਸਹਿਤ ਹੋ ਤੇ ਸ਼ੁਭ ਗੁਣਾਂ ਨੂੰ ਧਾਰਨ ਕਰ ਤੇ ਰੱਬ ਦਾ ਨਾਂ ਜਪ। ਇਹ ਤ੍ਰੈ ਵੇਸ ਜਦੋਂ ਤੂੰ ਕਰੇਂਗੀ ਤੇ ਉਹ ਕੰਤਪਤੀ ਪ੍ਰਮਾਤਮਾ ਤੇਰੇ ਵਸ ਆ ਜਾਏਗਾ। ਉਹ ਵਾਹਿਗੁਰੂ, ਉਹ ਪਾਰ ਬ੍ਰਹਮ ਪਰਮੇਸ਼ਰ ਤੇਰੇ ਵਸ ਆਵੇਗਾ। ਜੋ ਪਈ ਸੁਣੋ ਸ਼ੇਖ, ਨਿਵਣਾ ਸਭ ਆਗੇ। ਸਤਿਗੁਰੂ ਜੀ ਵਿਆਖਿਆ ਕਰਦੇ ਹੁਣ ਇਹਨਾਂ ਪਾਵਨ ਬਚਨਾਂ ਦੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ, ਸ਼ੇਖ ਬ੍ਰਹਮ ਜੀ ਸਭ ਅੱਗੇ ਨਿਮਰਤਾ ਸਹਿਤ ਹਲੀਮੀ ਸਹਿਤ ਰਹਿਣਾ। ਕਿਹਨਾਂ ਅੱਗੇ? ਜਿਹੜੇ ਗੁਰੂ ਕੇ ਸੇਵਕ ਨੇ। ਸਭ ਚੰਗੇ ਸਭ ਭਲੇ, ਮੈਂ ਸਭ ਦਾ ਦਾਸ। ਕਹਿੰਦੇ ਨਿਮਰਤਾ ਸਹਿਤ ਰਹਿਣਾ। ਨਿਮਰਤਾ ਕੱਲੀ ਬੋਲਾਂ ਚੋਂ ਨਹੀਂ ਝਲਕਦੀ, ਨਿਮਰਤਾ ਹਿਰਦੇ ਵਿੱਚ ਵਸਦੀ ਹੈ। ਹਾਂ ਬੋਲਾਂ ਵਿੱਚ ਵੀ ਹੋਵੇ ਬੇਨਿਮਰਤਾ, ਪਰ ਹਿਰਦਾ ਵੀ ਬੇਨਿਮਰਤਾ ਨਾਲ ਭਰਿਆ ਹੋਵੇ। ਅਕਸਰ ਬੋਲਾਂ ਤੇ ਨਿਮਰਤਾ ਹੁੰਦੀ ਆ, ਹਿਰਦਾ ਫਰੀਅਰ ਨਾਗ ਵਾਂਗੂ ਹੰਕਾਰ ਦੇ ਨਾਲ ਭਰਿਆ ਹੁੰਦਾ। ਤੇ ਜ਼ੁਬਾਨ ਤੋਂ ਨਿਮਰਤਾ ਭਰੇ ਬੋਲ। ਪਾਤਸ਼ਾਹ ਕਹਿੰਦੇ ਭਾਈ ਬੇਨਿਮਰ ਹੋ ਕੇ ਰਹਿਣਾ, ਨਿਮਰਤਾ ਸਹਿਤ ਹਲੀਮੀ ਸਹਿਤ ਵਿਚਰਨਾ। ਅੱਖਰ ਇਹ ਸ਼ੁਭ ਮਾਰਗ ਲਾਗੇ। ਇਹ ਸ਼ੁਭ ਅੱਖਰ ਨੇ, ਇਹ ਅੱਖਰ ਨੇ ਜਿਹੜੇ ਧਾਰਨ ਕਰਨੇ ਸ਼ੁਭ ਰਸਤੇ ਤੇ ਲੱਗਣਾ। ਪਰਮੇਸ਼ਰ ਦੁੱਖ ਸੁਖ ਜੋ ਦੇਵੈ, ਕਹਿੰਦੇ ਪਰਮੇਸ਼ਰ ਜਿਹੜੇ ਕੋਈ ਦੁੱਖ ਦੇਵੇ ਸੁਖ ਦੇਵੇ। ਇਹ ਗੁਣ ਲਖੋ ਦੋ ਸਮ ਖੇਵੈ। ਕਹਿੰਦੇ ਇਹ ਗੁਣ ਨੇ ਖਵਣ ਗੁਣ, ਆਹ ਗੁਣਾਂ ਨੂੰ ਧਾਰਨ ਕਰਨਾ ਕਿ ਦੁੱਖ ਤੇ ਸੁੱਖ ਦੋਨਾਂ ਨੂੰ ਇੱਕ ਸਮਾਨ ਕਰਕੇ ਵੇਖਣਾ।
ਪਰਮੇਸ਼ਰ ਹੀ ਦੁੱਖ ਦੇਣ ਵਾਲਾ, ਸੁੱਖ ਦੇਣ ਵਾਲਾ ਵੀ ਉਹੀ ਆ, ਤੇ ਸਾਡੇ ਦੁੱਖ ਸੁੱਖ ਜੋ ਸਾਨੂੰ ਮਿਲ ਰਹੇ ਨੇ, ਪ੍ਰਮਾਤਮਾ ਸਾਡੇ ਕੀਤੇ ਕਰਮਾਂ ਦਾ ਹੀ ਫਲ ਦੇ ਰਿਹਾ ਹੈ। ਇਉਂ ਸਮਝ ਲਓ ਕਿ ਸਾਡੇ ਹੀ ਕੀਤੇ ਕਰਮਾਂ ਦਾ ਫਲ ਹੈ। ਇਹ ਦੁੱਖ ਤੇ ਸੁੱਖ ਪਰਮੇਸ਼ਰ ਦੇ ਦਿੱਤੇ, ਤੇ ਉਹਦੇ 'ਚ ਸਮਾਨ ਬਿਰਤੀ ਰੱਖਣੀ, ਇੱਕ ਸਮ ਹੋ ਕੇ ਰਹਿਣਾ, ਇਹ ਗੁਣਾਂ ਨੂੰ ਖਾਵਣਾ, ਭਾਵ ਧਾਰਨ ਕਰਨਾ ਹੈ। ਰਸਨਾ ਸਿਫਤ ਵਿਖੇ ਕਰਤਾਰਾ, ਔਰ ਆਪਣੀ ਇਸ ਰਸਨਾ ਨੂੰ ਪਰਮੇਸ਼ਰ ਦੀ ਸਿਫਤ ਵਿੱਚ ਲਾਉਣਾ, ਉਸ ਨਿਰੰਕਾਰ ਕਰਤਾਰ ਦੇ ਗੁਣਾਂ ਨੂੰ ਗਾਇਨ ਕਰਨਾ ਹੈ। ਮਣੀਆਂ ਮੰਤ ਜਾਨੀਏ ਚਾਰਾ, ਕਹਿੰਦੇ ਇਹ ਹੈ ਪਰਮੇਸ਼ਰ ਦਾ ਮੰਤਰ ਉਚਾਰਨਾ, ਮੰਨਣਾ, ਵਿਚਾਰ ਕਰਨੀ। ਕਿਸ ਬਿਦ ਕਰੇ ਹੋਏ ਵਸ ਕੰਤਾ, ਕਹਿੰਦੇ ਸ਼੍ਰੋਮਣੀ ਮੰਤਰ ਹੈ ਮਣੀਆਂ ਮੰਤ, ਸ਼੍ਰੋਮਣੀ ਮੰਤ। ਇਹ ਸਭ ਤੋਂ ਵੱਡਾ ਮੰਤਰ ਆ, ਰਸਨਾ ਤੋਂ ਪਰਮੇਸ਼ਰ ਦਾ ਜਪ ਕਰਨਾ, ਉਹਦੀ ਸਿਫਤ ਕਰਨੀ। ਤੋ ਪਾਤਸ਼ਾਹ ਕਹਿੰਦੇ ਇਸ ਬਿਦ ਕਰੈ ਹੋਏ ਵਸ ਕੰਤਾ, ਜੇ ਇਉਂ ਕਰੇ ਨਾ ਤਾਂ ਉਹ ਕੰਤਪਤੀ ਪ੍ਰਮਾਤਮਾ ਤੇਰੇ ਵਸ ਆਵੇਗਾ। ਬੋਰੋ ਨਦਰ ਧਰੇ ਭਗਵੰਤਾ, ਕਹਿੰਦੇ ਫਿਰ ਉਹ ਭਗਵੰਤ ਨਦਰ ਕਰਦਾ, ਪਰਮੇਸ਼ਰ ਆਪਣੀ ਕਿਰਪਾ ਕਰਦਾ ਹੈ। ਕਹੇ ਸ਼ੇਖ ਕਰ ਕੈਸੋ ਨਬੀਰਾ, ਸ਼ੇਖ ਬ੍ਰਹਮ ਜੀ ਉਸ ਵਕਤ ਫਿਰ ਬੋਲੇ, ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਨਬੇੜਾ ਕੀਤਾ। ਔਰ ਰਲਾਇਓ ਸਗਰੋ ਚੇਰਾ, ਕਹਿੰਦੇ ਨਬੇੜਾ ਕਰਕੇ ਫਿਰ ਅੱਗੇ ਦੱਸਦਾ ਹੈ, ਸੇਵਾ ਤੇ ਐ ਨਦਰ ਅਪੇਵਾ, ਕਿ ਅਕਾਲ ਪੁਰਖ ਪਰਮੇਸ਼ਰ ਦੀ ਸੇਵਾ ਕਰੀਏ ਤਾਂ ਨਦਰ ਹੁੰਦੀ ਹੈ। ਜੇ ਉਹਦੀ ਸੇਵਾ ਕਰੀਏ ਉਹ ਤਾਂ ਨਦਰ ਕਰਦਾ। ਕਿਦੋਂ ਨਦਰ ਤੇ ਹੋਵੇ ਸੇਵਾ, ਜਾਂ ਫਿਰ ਉਹਦੀ ਨਜ਼ਰ ਹੋਵੇ ਤਾਂ ਸੇਵਾ ਕਰੀਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ਼ੇਖ ਬ੍ਰਹਮ ਜੀ ਕਹਿੰਦੇ ਮਹਾਰਾਜ ਇੱਕ ਤਾਂ ਹੋਰ ਅੱਗੇ ਝੇੜਾ ਛਿੜ ਗਿਆ, ਉਹਦੀ ਸੇਵਾ ਕਰੀਏ ਉਹ ਤਾਂ ਨਜ਼ਰ ਕਰਦਾ, ਜਾਂ ਫਿਰ ਉਹ ਨਜ਼ਰ ਕਰਦਾ ਤੇ ਤਾਂ ਉਹਦੀ ਸੇਵਾ ਕਰੀਦੀ ਹੈ। ਇਹ ਨਿਰਣਾ ਕਰਕੇ ਮੋਏ ਬਤਾਵੋ, ਮਹਾਰਾਜ ਜੀ ਇਹਦਾ ਨਿਰਣਾ ਵੀ ਕਰ ਛੱਡੋ, ਗਰੀਬ ਨਵਾਜ, ਇਹਦਾ ਨਿਰਣਾ ਵੀ ਹੋ ਜਾਵੇ, ਦਇਆ ਕਰੋ। ਹਿਰਦੇ ਤੇ ਸਭ ਭਰਮ ਮਿਟਾਵੋ, ਮੇਰੇ ਹਿਰਦੇ ਦੇ ਸਾਰੇ ਭਰਮ ਦੂਰ ਕਰ ਦਿਓ ਗਰੀਬ ਨਵਾਜ ਜੀ। ਸ਼ੇਖ ਬਚਨ ਕੋ ਸੁਨ ਜਗਨਾਥਾ, ਸ਼ੇਖ ਬ੍ਰਹਮ ਦੇ ਬਚਨ ਜਗਤਨਾਥ ਸਤਿਗੁਰੂ ਜੀ ਨੇ ਸੁਣੇ। ਕਯੋ ਸ਼ਲੋਕ ਬੌਰ ਤਿਨ ਸਾਥਾ, ਸਤਿਗੁਰੂ ਜੀ ਨੇ ਪਾਵਨ ਪਵਿੱਤਰ ਸ਼ਲੋਕ ਉਸ ਵੇਲੇ ਉਚਾਰਿਆ। ਸ਼ਲੋਕ ਸੇਵਾ ਕਰੇ ਜੋ ਕੰਤ ਕੀ, ਕੰਤ ਤਿਸੀ ਕਾ ਹੋਏ। ਪਾਤਸ਼ਾਹ ਕਹਿੰਦੇ ਆ ਸੇਵਾ ਜਿਹੜੀਆਂ ਜੀਵ ਰੂਪੀ ਇਸਤਰੀਆਂ ਉਸ ਪਤੀ ਪ੍ਰਮਾਤਮਾ ਦੀ ਸੇਵਾ ਕਰਦੀਆਂ ਹਨ, ਉਹ ਕੰਤਪਤੀ ਪ੍ਰਮਾਤਮਾ ਉਹਨਾਂ ਦਾ ਹੋ ਜਾਂਦਾ ਜਿਹੜੀਆਂ ਉਹਨੂੰ ਸੇਵਦੀਆਂ ਨੇ। ਉਹਦੀ ਨਜ਼ਰ ਹੋਵੇ ਤਾਂ ਹੀ ਗੱਲ ਬਣਦੀ ਹੈ, ਉਹਦੀ ਨਜ਼ਰ ਬਿਨਾਂ ਸੇਵਾ ਵੀ ਨਹੀਂ ਹੋ ਸਕਦੀ। ਪਾਤਸ਼ਾਹ ਪੁੱਛਦੇ ਕਿਉਂ ਸਿਮਰੀ, ਸਿਮਰਿਆ ਨਹੀਂ ਜਾਏ। ਮਹਾਰਾਜ ਕਿਵੇਂ ਸਿਮਰਾਂ, ਤੇਰਾ ਸਿਮਰਨ ਹੁੰਦਾ ਨਹੀਂ ਮੇਰੇ ਪਾਸੋਂ। ਸਵਾਲ ਕੀਤਾ ਕਿਵੇਂ ਸਿਮਰਾਂ, ਬੜਾ ਜ਼ੋਰ ਤਾਣ ਲਾਈਦਾ ਵੀ ਕਰੀਏ ਸਿਮਰਨ, ਹੁੰਦਾ ਨਹੀਂ ਮਹਾਰਾਜ ਸਿਮਰਨ ਸਾਡੇ ਕੋਲੋਂ। ਪਾਤਸ਼ਾਹ ਜਵਾਬ ਦਿੰਦੇ ਨਦਰ ਕਰੇ ਤਾਂ ਸਿਮਰਿਆ ਜਾਏ। ਜੇ ਉਹ ਨਦਰ ਕਰ ਦੇਵੇ ਤੇ ਫਿਰ ਉਹਦਾ ਸਿਮਰਨ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਜਿਹੜੀਆਂ ਜੀਵ ਰੂਪੀ ਇਸਤਰੀਆਂ ਉਸ ਪਤੀ ਦੀ ਸੇਵਾ ਕਰਦੀਆਂ ਨੇ ਉਹਦੀ ਨਜ਼ਰ ਨਾਲ, ਉਹਦੀ ਕਿਰਪਾ ਨਾਲ, ਫਿਰ ਉਹ ਕੰਤਪਤੀ ਪ੍ਰਮਾਤਮਾ ਉਹਨਾਂ ਦਾ ਹੋ ਜਾਂਦਾ ਹੈ। ਗਰਬੀ ਕੰਤ ਨ ਪਾਈਐ ਭਾਵੇਂ ਖਰੀ ਸਵਾਲਿਓ ਏ। ਕਹਿੰਦੇ ਜਿਹੜੀਆਂ ਹੰਕਾਰੀ ਜੀਵ ਰੂਪੀ ਇਸਤਰੀਆਂ ਨੇ, ਇਹ ਸ਼ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ, ਜਨਮ ਸਾਖੀ 'ਚ ਹੀ ਆਉਂਦਾ। ਪਾਤਸ਼ਾਹ ਕਹਿੰਦੇ ਜਿਹੜੀਆਂ ਹੰਕਾਰੀ ਜੀਵ ਰੂਪੀ ਇਸਤਰੀਆਂ ਨੇ, ਗਰਭੀ, ਜਿਨ੍ਹਾਂ ਅੰਦਰ ਹੰਕਾਰ ਹੈ, ਉਸ ਕੰਤਪਤੀ ਪਰਮਾਤਮਾ ਨੂੰ ਕਦੇ ਵੀ ਪ੍ਰਾਪਤ ਨਹੀਂ ਕਰਦੀਆਂ, ਭਾਵੇਂ ਬੜੀਆਂ ਸਵਾਲਿਓ ਸੰਸਾਰ ਦੇ ਵਿੱਚ ਉਹ ਸ਼ੋਭਨੀਕ ਹੋਣ, ਸੁੰਦਰ ਹੋਣ, ਤੇ ਲੋਕਾਂ ਵਿੱਚ ਕਹੀਆਂ ਜਾਂਦੀਆਂ ਹੋਣ, ਪ੍ਰਤਿਸ਼ਠਿਤ ਹੋਣ, ਤੇ ਜੇ ਉਹਨਾਂ ਦੇ ਅੰਦਰ ਹੰਕਾਰ ਹੈ ਤੇ ਉਹ ਕਦੇ ਵੀ ਉਸ ਪਰਮੇਸ਼ਰ ਦੇ ਸਰੂਪ ਨੂੰ ਪ੍ਰਾਪਤ ਨਹੀਂ ਕਰਦੀਆਂ। ਭਾਵੇਂ ਜਿਤਨੀਆਂ ਮਰਜ਼ੀ, ਸਵਾਲਿਓ ਦਾ ਮਤਲਬ ਹੁੰਦਾ ਸ਼ੋਭਨੀਕ ਹੋਣ, ਸੋਹਣੀਆਂ ਹੋਣ,
ਉਸ ਵਾਹਿਗੁਰੂ ਪਰਮੇਸ਼ਰ ਦੇ ਸਵਰੂਪ ਨੂੰ ਉਹ ਕਦੇ ਵੀ ਪ੍ਰਾਪਤ ਨਹੀਂ ਹੁੰਦੀਆਂ। ਚੌਪਈ ਸੁਨੋ ਸ਼ੇਖ ਨਿਸ਼ਚੇ ਮਨ ਜਾਨੋ। ਇਹ ਸ਼ੇਖ ਬ੍ਰਹਮ ਜੀ ਆਪਣੇ ਹਿਰਦੇ 'ਚ ਇਸ ਗੱਲ ਨੂੰ ਨਿਸ਼ਚੇ ਕਰਕੇ ਅਵਸ਼ ਕਰਕੇ ਮੰਨ ਲਓ। ਸੇਵਾ ਮੂਲ ਸਬਨ ਕੀ ਮਾਨੋ। ਜਿਹੜੀ ਸੇਵਾ ਹੈ ਨਾ ਇਹ ਸਭ ਦਾ ਮੂਲ ਹੈ। ਕਾਲੇ ਕਾਲ ਹਾਨ ਕਰ ਗਰਬਾ। ਜਿਹੜੇ ਹੰਕਾਰ ਨੂੰ ਛੱਡ ਕੇ ਸੇਵਾ ਕਰਦੇ ਨੇ ਘਾਲਣਾ ਘਾਲਦੇ ਹਨ। ਤਨ ਮਨ ਕਰੇ ਨਿਵੇਦਨ ਸਰਬਾ। ਔਰ ਸੇਵਾ ਕਰਦਿਆਂ ਆਪਣਾ ਤਨ ਤੇ ਮਨ ਜਿਹਦੀ ਸੇਵਾ ਕਰ ਰਹੇ ਨੇ ਉਹਦੇ ਅੱਗੇ ਅਰਪਣ ਕਰ ਦਿੰਦੇ ਨੇ। ਹਸਤੀ ਸਿਰ ਜਿਉ ਅੰਕੁਸ਼ ਹੈ ਅਹਰਣ ਜਿਉ ਸਿਰ ਦੇ। ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ। ਜਿਹੜੇ ਇਉਂ ਆਪਣਾ ਮਨ ਤਨ ਧਨ ਗੁਰੂ ਅੱਗੇ ਸਮਰਪਣ ਕਰਕੇ ਸੇਵਾ ਕਰਦੇ ਹਨ। ਤਬਈ ਨਦਰ ਪਰਮੇਸ਼ਵਰ ਹੋਏ। ਕਹਿੰਦੇ ਫਿਰ ਪਰਮੇਸ਼ਰ ਦੀ ਨਦਰ ਵਰਤਦੀ ਹੈ ਵੀ ਇਹ ਮੇਰੇ ਚਰਨਾਂ 'ਚ ਸਮਰਪਿਤ ਹੋ ਗਿਆ। ਇਹਨੇ ਆਪਣਾ ਆਪ ਮੇਰੇ ਅੱਗੇ ਸਮਰਪਣ ਕਰ ਦਿੱਤਾ। ਫਿਰ ਵਾਹਿਗੁਰੂ ਜੀ ਨਦਰ ਕਰਦੇ ਹਨ। ਮੈਲ ਹਦੂਰ ਬੁਲਾਈਐ ਸੋਏ। ਕਹਿੰਦੇ ਜਦੋਂ ਨਦਰ ਕਰਦੇ ਨੇ ਨਾ ਤੇ ਫਿਰ ਇਹਨੂੰ ਆਪਣੇ ਸਰੂਪ ਰੂਪੀ ਮਹਿਲ ਵਿੱਚ ਬੁਲਾ ਲੈਂਦੇ ਵੀ ਆ ਜਾ। ਫਿਰ ਆਪਣੇ ਸਰੂਪ ਰੂਪੀ ਮਹਿਲ ਵਿੱਚ ਬੁਲਾ ਲੈਂਦੇ ਹਨ। ਗਰਬ ਕਰੇ ਜੋ ਸੇਵੈ ਨਾਈ। ਜਿਹੜੇ ਹੰਕਾਰ ਦੇ ਵਿੱਚ ਹੀ ਟੁਰੇ ਫਿਰਦੇ ਨੇ ਸੇਵਾ ਵੀ ਕਰਦੇ ਪਰ ਹੰਕਾਰ ਦੇ ਵਿੱਚ ਹੀ ਹਉਮੈ ਵਿੱਚ ਹੀ ਵੀ ਮੈਂ ਇਹ ਸੇਵਾ ਕੀਤੀ ਅਮਕੇ ਆ ਸੇਵਾ ਕੀਤੀ। ਜਿਹੜੇ ਹੰਕਾਰ ਦੇ ਸਹਿਤ ਨੇ ਆਪਣਾ ਆਪ ਸਮਰਪਣ ਨਹੀਂ ਕਰਦੇ। ਸੁੰਦਰ ਬੋ ਸਰੂਪ ਤਨ ਆਈ। ਭਾਵੇਂ ਵੇਖਣ ਨੂੰ ਬੜੇ ਸੋਹਣੇ ਹੋਣ ਬੜਾ ਸੋਹਣਾ ਸਵਰੂਪ ਹੋਵੇ ਚੰਗੀ ਕੁਲ ਜਾਤੀ ਹੋਵੇ ਬਹੁਤ ਸੁੰਦਰ ਹੋਵੇ ਤੈ ਸਮੀਪ ਕੰਤ ਨਹੀਂ ਆਵੇ। ਉਸ ਕੰਤਪਤੀ ਪਰਮਾਤਮਾ ਦੇ ਨੇੜੇ ਵੀ ਨਹੀਂ ਆਉਂਦੇ। ਉਸ ਵਾਹਿਗੁਰੂ ਪਰਮੇਸ਼ਰ ਦੇ ਨੇੜੇ ਉਹ ਹੋ ਹੀ ਨਹੀਂ ਸਕਦੇ। ਗਰਭ ਯੁਕਤ ਨੇ ਤਿਨ ਕੋ ਭਾਵੇ। ਕਿਉਂਕਿ ਹੰਕਾਰ ਸਹਿਤ ਇਹੋ ਜਿਹੇ ਮਨੁੱਖ ਉਸ ਪਰਮਾਤਮਾ ਨੂੰ ਨਹੀਂ ਪਾਉਂਦੇ। ਕਿਉਂਕਿ ਹਰਜੂ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਹਰੀ ਅਕਾਲ ਪੁਰਖ ਪਰਮੇਸ਼ਰ ਨੂੰ ਹੰਕਾਰੀ ਚੰਗੇ ਨਹੀਂ ਲੱਗਦੇ। ਵੇਦਾਂ ਨੇ ਵੀ ਕੂਕ ਕੇ ਪੁਕਾਰ ਕੇ ਦੱਸਿਆ ਹੈ। ਛੁੱਟੜ ਮੈਲਾ ਹੋਏ ਸੋ ਦੁਹਾਗਣ। ਉਹ ਛੁੱਟੜ ਇਸਤਰੀਆਂ ਦੁਹਾਗਣਾ ਉਸ ਨਿਰੰਕਾਰ ਪਰਮੇਸ਼ਰ ਦੇ ਸਰੂਪ ਤੋਂ ਖਾਲੀ ਰਹਿ ਜਾਂਦੀਆਂ ਹਨ। ਨਿਰਹੰਕਾਰ ਸਦੀਵ ਸੁਹਾਗਣ। ਤੇ ਜਿਹੜੀਆਂ ਜੀਵ ਰੂਪੀ ਇਸਤਰੀਆਂ ਨਿਰਹੰਕਾਰ ਨੇ ਉਹ ਸਦਾ ਸੁਹਾਗਣਾ ਹੋ ਕੇ ਪਰਮੇਸ਼ਰ ਰੂਪੀ ਸੁਹਾਗ ਨੂੰ ਮਾਣਦੀਆਂ ਹਨ। ਦੋਹਰਾ ਸੇਵਾ ਤੇ ਸਾਹਿਬ ਬਸੀ ਦੇਖੇ ਕਰੁਣਾ ਡੀਠ। ਪਾਤਸ਼ਾਹ ਕਹਿੰਦੇ ਸ਼ੇਖ ਬ੍ਰਹਮੋ ਦੀ ਸੇਵਾ ਕਰੀਏ ਸਮਰਪਣ ਹੋ ਕੇ ਤਾਂ ਸੇਵਾ ਕੀਤਿਆਂ ਉਹ ਸਾਹਿਬ ਵਸ ਵਿੱਚ ਆ ਜਾਂਦਾ ਹੈ। ਉਹ ਆਪਣੀ ਪਿਆਰ ਭਰੀ ਨਜ਼ਰ ਕਰਕੇ ਫਿਰ ਇਹਦੇ ਵੱਲ ਵੇਖਦਾ ਹੈ। ਸੁਖ ਸੁਹਾਗ ਮਾਣੇ ਸਦਾ ਮਿਲਤੇ ਆਪਨੇ ਈਠ। ਸੁਖ ਦੇ ਸਹਿਤ ਫਿਰ ਉਹ ਆਪਣੇ ਪਤੀ ਰੂਪੀ ਸੁਹਾਗ ਨੂੰ ਮਾਣਦੀਆਂ ਹਨ ਤੇ ਆਪਣੇ ਪਿਆਰੇ ਇਸ਼ਟ ਵਾਹਿਗੁਰੂ ਨੂੰ ਮਿਲ ਲੈਂਦੀਆਂ ਹਨ। ਚੌਪਈ ਸੁਨੇ ਬਚਨ ਸ਼੍ਰੀ ਗੁਰ ਕੇ ਜਬਈ। ਜਦੋਂ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੇ ਇਹ ਬਚਨ ਸ਼ੇਖ ਬ੍ਰਹਮ ਜੀ ਨੇ ਸੁਣੇ ਕਰ ਦਵੈ ਪਦ ਪਰ ਲਾਏ ਤਬਈ। ਪਾਤਸ਼ਾਹ ਦੇ ਸੋਹਣੇ ਜੇ ਪਾਵਨ ਚਰਨ ਕਮਲਾਂ ਨੂੰ ਸ਼ੇਖ ਬ੍ਰਹਮ ਨੇ ਆਪਣੇ ਹੱਥਾਂ ਨਾਲ ਪਕੜਿਆ। ਘੁੱਟ ਕੇ ਮਹਾਰਾਜ ਜੀ ਦੇ ਚਰਨ ਫੜ ਕੇ ਸਪਰਸ਼ ਕੀਤੇ ਹਨ। ਪੁਨ ਸਿਰ ਮਸਤਕ ਮੁਖ ਪਰ ਫੇਰੇ। ਮਹਾਰਾਜ ਜੀ ਦੇ ਚਰਨਾਂ ਨੂੰ ਘੁੱਟ ਕੇ ਸਪਰਸ਼ ਕਰਕੇ ਉਹ ਹੱਥ ਸ਼ੇਖ ਬ੍ਰਹਮ ਨੇ ਆਪਣੀਆਂ ਅੱਖਾਂ ਤੇ ਆਪਣੇ ਚਿਹਰੇ ਤੇ ਲਾਏ ਹਨ। ਧਨ ਭਾਗ ਆਪਣੇ ਵੱਡ ਹੀਰੇ। ਆਪਣੇ ਧਨ ਭਾਗ ਜਾਣੇ ਸ਼ੇਖ ਬ੍ਰਹਮ ਨੇ ਕਿ ਮੇਰੇ ਕੋਈ ਭਾਗ ਸਵੱਲੇ ਮੇਰੇ ਕੋਈ ਕਰਮ ਚੰਗੇ ਹਨ ਕਿ ਐਸੇ ਦੀਨ ਦੁਨੀਆ ਦੇ ਮਾਲਕ ਵਾਲੀਏ ਕੋਲ ਆਲਮ ਨੂਰੇ ਸਰਬਰੇ ਕਾਇਨਾਤ ਕਰੋੜਾਂ ਬ੍ਰਹਮੰਡਾਂ ਦੇ ਠਾਕੁਰ ਸੁਆਮੀ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਮੈਨੂੰ ਪ੍ਰਤੱਖ ਦਰਸ਼ਨ ਹੋ ਰਹੇ ਹਨ। ਸਤਿ ਸ੍ਰੀ ਅਕਾਲ।
ਮਿਲਿਓ ਖੁਦਾਏ ਨਾ ਸੰਸਾ ਕੋਈ। ਮਨ 'ਚ ਕੋਈ ਸੰਸਾ ਨਹੀਂ ਰਿਹਾ ਵੀ ਮੈਨੂੰ ਤਾਂ ਪ੍ਰਤੱਖ ਖੁਦਾ ਮਿਲ ਗਿਆ। ਪ੍ਰਤੱਖ ਰੂਪ ਵਿੱਚ ਖੁਦਾ ਜੀ ਮੈਨੂੰ ਆਣ ਮਿਲੇ ਹਨ। ਬੋਲਿਓ ਬਹੁਤ ਖਤਾ ਮੁਰ ਹੋਈ। ਬੋਲਿਆ ਸ਼ੇਖ ਬ੍ਰਹਮ ਮਹਾਰਾਜ ਮੇਰੇ ਕੋਲੋਂ ਬੜੀ ਖਤਾ ਹੋ ਗਈ, ਮੇਰੇ ਕੋਲੋਂ ਬੜੀ ਭੁੱਲ ਹੋ ਗਈ। ਬਖਸ਼ੋ ਅਬ ਕਰੁਣਾ ਕਰ ਸੋ। ਮਹਾਰਾਜ ਮੈਂ ਤੁਹਾਡੇ ਸਨਮੁਖ ਬੋਲਿਆ, ਕਿਰਪਾ ਕਰਕੇ ਮੇਰੀ ਖਤਾ ਬਖਸ਼ ਦਿਓ। ਤੁਮ ਤੇ ਉਪਰ ਅਵਰ ਨਾ ਕੋ। ਮਹਾਰਾਜ ਤੁਹਾਡੇ ਤੋਂ ਉੱਪਰ, ਤੁਹਾਡੇ ਤੋਂ ਪਰੇ, ਤੁਹਾਡੇ ਤੋਂ ਵੱਡਾ ਹੋਰ ਕੋਈ ਨਹੀਂ। ਤਦੇ ਪੰਜਵੇਂ ਗੁਰਦੇਵ ਨੇ ਆਖਿਆ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ। ਮਹਾਰਾਜ ਤੁਹਾਡੇ ਤੋਂ ਉੱਪਰ ਪਰੇ ਕੋਈ ਨਹੀਂ। ਸਨਮੁਖ ਉਚਰੇ ਬਚਨ ਕਨੇਰੇ। ਮੈਂ ਤੁਹਾਡੇ ਸਨਮੁਖ ਬਹੁਤੇ ਬੋਲ ਬੋਲੇ ਹਨ। ਅਬ ਮੁਝ ਜਾਨੋ ਸਮ ਨਿਜ ਚੇਰੇ। ਮਹਾਰਾਜ ਮੈਨੂੰ ਆਪਣਾ ਸੇਵਕ ਜਾਣੋ, ਮੈਨੂੰ ਹੁਣ ਆਪਣਾ ਚੇਰਾ ਜਾਣੋ। ਸ਼ੇਖ ਨਿਕਟ ਤੇ ਸੁਨ ਕਰ ਬਾਣੀ। ਸ਼ੇਖ ਬ੍ਰਹਮ ਜੀ ਦੇ ਕੋਲੋਂ ਇਹ ਬੇਨਤੀ ਮਹਾਰਾਜ ਜੀ ਨੇ ਸੁਣੀ। ਇੱਕ ਸ਼ਲੋਕ ਉਚਰਿਓ ਗੁਣ ਖਾਨੀ। ਪਾਤਸ਼ਾਹ ਨੇ ਇੱਕ ਸ਼ਲੋਕ ਹੋਰ ਆਪਣੇ ਮੁਖਾਰ ਬਿੰਦ ਚ ਉਚਾਰਨ ਕੀਤਾ, ਸਰਵਣ ਕਰੋ ਜੀ। ਸ਼ਲੋਕ ਮਹੱਲਾ ਪਹਿਲਾ। ਇਹ ਸ਼ਲੋਕ ਉਸ ਲੋਕ ਤੋਂ ਆਇਆ ਜਿਸ ਲੋਕ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਵਸਦੇ ਹਨ। ਸਾ ਲੋਕ ਸ੍ਰੇਸ਼ਟ ਲੋਕ, ਉਹ ਲੋਕ ਜਿਸ ਲੋਕ ਵਿੱਚ ਗੁਰੂ ਨਾਨਕ ਸਾਹਿਬ ਵਸਦੇ ਹੈ, ਉਸ ਲੋਕ ਵਿੱਚੋਂ ਨਿਰੰਕਾਰ ਦੇ ਘਰੋਂ ਇਹ ਪਾਵਨ ਸ਼ਲੋਕ ਗੁਰੂ ਨਾਨਕ ਸਾਹਿਬ ਦੀ ਰਸਨਾ ਤੇ ਆਇਆ ਹੈ। ਰੂਪੈ ਕਾਮੈ ਦੋਸਤੀ ਭੂਖੈ ਸਾਦੇ ਗੰਢ। ਕਾਮ ਦੀ ਰੂਪ ਨਾਲ ਦੋਸਤੀ, ਜਿੱਥੇ ਰੂਪ ਹੋਵੇਗਾ ਉੱਥੇ ਕਾਮ ਪ੍ਰਬਲ ਹੋਵੇਗਾ, ਦੋਨਾਂ ਦਾ ਸੰਬੰਧ ਹੈ। ਰੂਪ ਦੀ ਕਾਮ ਨਾਲ ਦੋਸਤੀ ਹੈ, ਭੁੱਖ ਦੀ ਸਵਾਦ ਦੇ ਨਾਲ ਕੋਈ ਪਦਾਰਥ ਮਿਲ ਜੇ ਤੇ ਉੱਥੇ ਗੰਢ ਬਣ ਜਾਂਦੀ, ਦੋਨਾਂ ਦੀ ਅਭੇਦਤਾ ਹੋ ਜਾਂਦੀ ਹੈ। ਹਾਂਜੀ। ਲੱਭੇ ਮਾਲੇ ਕੁਲ ਮਿਲ ਮਿਚਲ ਊਗੇ ਸੋੜ ਪਲੰਗ। ਲੱਭੈ ਮਾਲਾ ਘੁਲ ਮਿਲ ਮਿਚਲ, ਜਿੱਥੇ ਲਾਲਚ ਹੋਵੇਗਾ, ਲੋਭ, ਉੱਥੇ ਸੰਸਾਰ ਦਾ ਲੋਭੀ ਬੰਦੇ ਨੂੰ ਕੋਈ ਪਦਾਰਥ ਮਿਲ ਜੇ, ਕੋਈ ਸੰਪਦਾ ਮਿਲ ਜੇ, ਵਿਭੂਤੀ ਮਿਲ ਜੇ, ਮਾਲ ਸੰਪਦਾ, ਉਹਦੇ ਵਿੱਚ ਮਿਲ ਕੇ ਮਿਚਲ, ਉਹਦੇ ਵਿੱਚ ਹੀ ਰਲ ਮਿਲ ਜਾਂਦਾ ਜਿੱਥੇ ਲਾਲਚੀ ਨੂੰ ਕੋਈ ਪਦਾਰਥ ਮਾਲ ਸੰਪਦਾ ਮਿਲ ਜੇ। ਊਂਗਾ ਸੌੜ ਪਲੰਗ, ਊਂਗਾ ਕਹਿੰਦੇ ਆ ਨੀਂਦ ਆਉਂਦੀ ਹੋਵੇ ਨਾ ਕਿਸੇ ਨੂੰ, ਤੇ ਉਹ ਫਿਰ ਇਹ ਨਹੀਂ ਵੇਖਦਾ ਵੀ ਪਲੰਗਾ ਬੜਾ ਖੁੱਲਾ ਡੁੱਲਾ ਹੋਵੇ, ਵਧੀਆ ਬਿਸਤਰਾ ਹੋਵੇ। ਸੌਣ ਵਾਸਤੇ ਚੰਗੇ ਬਿਸਤਰੇ ਦੀ ਲੋੜ ਨਹੀਂ, ਨੀਂਦ ਦੀ ਲੋੜ ਹੁੰਦੀ। ਕਹਿੰਦੇ ਜਦੋਂ ਨੀਂਦ ਆਉਂਦੀ ਹੋਵੇ, ਊਂਘ ਆਉਂਦੀ ਹੋਵੇ, ਤੇ ਫਿਰ ਸੌੜ ਪਲੰਗ, ਸੌੜਾ ਜਿਹਾ ਪਲੰਗਾ ਵੀ ਹੋਵੇ ਨਾ, ਨਿੱਕਾ ਜਿਹਾ ਫੱਟਾ ਵੀ, ਫਿਰ ਉਹਦੇ ਤੇ ਵੀ ਨੀਂਦ ਆ ਜਾਂਦੀ ਆ, ਉੱਥੇ ਵੀ ਮੇਲ ਹੋ ਜਾਂਦਾ। ਭੌਕੈ ਕੂਪ ਖੁਆਰ ਹੋਏ ਫੱਕੜ ਪਿੱਟੇ ਅੰਧ। ਕਹਿੰਦਾ ਗੁੱਸੇ ਵਿੱਚ ਆਇਆ ਮਨੁੱਖ ਜਦੋਂ ਭੌਂਕਦਾ ਹੈ, ਯਾਨੀ ਕਿ ਕੌੜੇ ਬੋਲ ਬੋਲਦਾ ਤੇ ਖੁਆਰ ਹੁੰਦਾ ਹੈ, ਔਰ ਇਹ ਫੱਕੜ ਵਿਕਾਰ ਜਿਹੜੇ ਸੰਸਾਰ ਦੇ ਧੰਦੇ ਨੇ ਉਹਨਾਂ ਨੂੰ ਪਿੱਟਦਾ, ਅੰਨਾ ਹੋਇਆ। ਚੁੱਪੈ ਚੰਗਾ ਨਾਨਕਾ ਵਿਣ ਨਾਵੇਂ ਮੋਏ ਗੰਧ। ਪਾਤਸ਼ਾਹ ਕਹਿੰਦੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਮੂੰਹ ਵਿੱਚੋਂ ਮੁਸ਼ਕ ਹੀ ਆਉਂਦੀ ਹੈ, ਜਿਹੜੇ ਹੋਰ ਬੋਲ ਨੇ ਉਹ ਬਦਬੂ ਵਾਲੇ ਹੀ ਨੇ। ਕਹਿੰਦੇ ਇਹੋ ਜਿਹੇ ਬਦਬੂ ਵਾਲੇ ਬੋਲਾਂ ਬੋਲਣ ਨਾਲੋਂ ਚੰਗਾ ਵੀ ਚੁੱਪ ਹੀ ਰਹਿ, ਬੋਲ ਹੀ ਨਾ। ਜੇ ਬੋਲਣਾ ਤੇ ਪਰਮੇਸ਼ਰ ਦੀਆਂ ਸਿਫਤਾਂ ਦੇ ਬੋਲ ਬੋਲ, ਉਹਦੀ ਸਿਫਤ ਦੇ ਬੋਲਾਂ ਤੋਂ ਬਿਨਾਂ ਬੋਲੇ ਹੋਏ ਬੋਲ ਉਹ ਗੰਦ ਨੇ। ਉਹ ਏਦਾਂ ਕਹਿ ਲਈਏ ਵੀ ਮੁਸ਼ਕ ਦੇ ਮਨਿੰਦ ਹਨ। ਦੋਹਰਾ ਰੂਪ ਕਾਮ ਲਬ ਮਾਲ ਕੀ ਰਤ ਜਿਉ ਨੀਂਦ ਪਲੰਗ। ਕਹਿੰਦੇ ਨਾ ਚੀਜ਼ਾਂ ਦਾ ਮੇਲ ਹੈ ਨਾ, ਕਹਿੰਦੇ ਜਿਵੇਂ ਰੂਪ ਦਾ ਕਾਮ ਨਾਲ, ਕਾਮ ਦਾ ਰੂਪ ਨਾਲ, ਤੇ ਲਾਲਚ ਦਾ ਮਾਲ ਸੰਪਦਾ ਨਾਲ ਰਤ ਪੈਦਾ ਕਰਦਾ। ਤਿਉ ਭਗਤਨ ਕੀ ਹੈ ਸਦਾ ਹਰ ਚਰਚਾ ਕੇ ਸੰਗ। ਤੇ ਨੀਂਦ ਵਾਲੇ ਨੂੰ ਜਿਵੇਂ ਪਲੰਘਾ ਪਿਆਰਾ ਲੱਗਦਾ, ਕਹਿੰਦੇ ਏਦਾਂ ਰੱਬ ਦੇ ਪਿਆਰਿਆਂ ਨੂੰ ਪਰਮੇਸ਼ਰ ਦੀ ਚਰਚਾ ਚੰਗੀ ਲੱਗਦੀ ਹੈ। ਜਿਵੇਂ ਰੂਪ ਨੂੰ ਵੇਖ ਕੇ ਕਾਮੀ ਉਹਦਾ ਸੰਬੰਧ ਜੁੜ ਜਾਂਦਾ, ਭੁੱਖ ਨੂੰ ਵੇਖ ਕੇ ਪਦਾਰਥ, ਕਿਸੇ ਪਦਾਰਥ ਨੂੰ ਖਾ ਲਵੇ ਉਹਦੇ ਨਾਲ ਉਹਦੀ ਗੰਢ ਪੈ ਜਾਂਦੀ, ਤੇ ਨੀਂਦ ਆਇਆ ਜਿਵੇਂ ਪਲੰਘਾ ਪਿਆਰਾ ਲੱਗਦਾ, ਏਦਾਂ ਰੱਬ ਦੇ ਪਿਆਰਿਆਂ ਨੂੰ ਪਰਮੇਸ਼ਰ ਦੀ ਚਰਚਾ ਚੰਗੀ ਲੱਗਦੀ, ਹਰੀ ਦੀ ਕਥਾ ਚੰਗੀ ਲੱਗਦੀ। ਹਾਂਜੀ।
ਚੌਪਈ ਤੁਮਰੇ ਬਚਨ ਮੋਏ ਮਨ ਭਾਵੇਂ। ਪਾਤਸ਼ਾਹ ਕਹਿੰਦੇ ਸ਼ੇਖ ਬ੍ਰਹਮ ਤੂੰ ਹੁਣ ਤਾਈਂ ਜਿੰਨੇ ਬੋਲ ਬੋਲੇ ਨੇ ਮੈਨੂੰ ਬੜੇ ਹੀ ਚੰਗੇ ਲੱਗੇ ਨੇ। ਹਰੀ ਚਰਚਾ ਹੋਈ ਹੈ, ਇਹ ਹਰੀ ਚਰਚਾ ਹੋਈ ਹੈ। ਤੇਰੇ ਬੋਲੇ ਬੋਲ ਮੈਨੂੰ ਬੜੇ ਹੀ ਪਿਆਰੇ ਲੱਗੇ ਹਨ। ਚਾਹਾ ਸੋ ਬੂਝੋ ਬਹੁਰ ਬਤਾਵੇਂ। ਮਹਾਰਾਜ ਜੀ ਕਹਿੰਦੇ ਚਰਚਾ ਬੰਦ ਨਾ ਕਰ, ਸ਼ੇਖ ਬ੍ਰਹਮ ਹੋਰ ਬੋਲ, ਤੂੰ ਹੋਰ ਕੁਝ ਕਹਿ ਪਰਮੇਸ਼ਰ ਸੰਬੰਧੀ, ਅਸੀਂ ਹੋਰ ਸੁਣਾਈਏ। ਤੂੰ ਜੋ ਪੁੱਛਣਾ ਚਾਹੁੰਦਾ ਹੋਰ ਪੁੱਛ, ਇਹ ਹਰੀ ਚਰਚਾ ਵਿੱਚ ਤਾਂ ਸਮਾਂ ਸਫਲ ਹੈ। ਸੁਨ ਇਉ ਸ਼ੇਖ ਬੌਰ ਹਰ ਗਾਥਾ। ਕਹਿੰਦੇ ਸੁਣ ਕੇ ਸ਼ੇਖ ਬ੍ਰਹਮ ਜੀ ਫਿਰ ਹਰੀ ਗਾਥਾ ਪੁੱਛਣ ਲੱਗ ਪਏ। ਫਿਰ ਜੋ ਮਨ ਚ ਆਉਂਦਾ ਸਤਿਗੁਰੂ ਜੀ ਨੂੰ ਪੁੱਛਦੇ ਨੇ। ਕਰਤ ਪਿਓ ਸ਼੍ਰੀ ਨਾਨਕ ਸਾਥਾ। ਧੰਨ ਗੁਰੂ ਨਾਨਕ ਸਾਹਿਬ ਜੀ ਨਾਲ ਸ਼ੇਖ ਬ੍ਰਹਮ ਜੀ ਨੇ ਬਹੁਤ ਹਰੀ ਗਾਥਾ ਕੀਤੀ। ਕਈ ਦਿਨਾਂ ਤੱਕ ਇਹ ਹਰੀ ਗਾਥਾ ਚੱਲਦੀ ਰਹੀ। ਆਏ ਸ਼ਲੋਕ ਗ੍ਰੰਥ ਜੀ ਮਾਈ। ਕਹਿੰਦੇ ਬਹੁਤ ਸਾਰੇ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ, ਜਿਹੜੇ ਮਹਾਰਾਜ ਜੀ ਨੇ ਸ਼ੇਖ ਬ੍ਰਹਮ ਦੇ ਪਰਥਾਏ ਉਚਾਰਨ ਕੀਤੇ ਹਨ। ਕਥਾ ਬੜਨ ਤੇ ਬਰਨੇ ਨਾਈ। ਮਾਂ ਕਵੀ ਜੀ ਕਹਿੰਦੇ ਜੇ ਉਹ ਸਾਰੇ ਸ਼ਲੋਕ ਲਿਖਾਂਗੇ ਤੇ ਕਥਾ ਦਾ ਬਹੁਤ ਵਿਸਥਾਰ ਹੋ ਜਾਏਗਾ, ਇਸ ਕਰਕੇ ਮੈਂ ਸੰਖਿਪਤ ਰੂਪ ਵਿੱਚ ਕੁਝ ਕੁ ਸ਼ਲੋਕ ਪਿੱਛੇ ਕਹੇ ਹਨ। ਆਸਾਵਾਰ ਕੁਛ ਕਤੈ ਕੀਨੀ। ਖਾਲਸਾ ਜੀ ਪੁਰਾਤਨ ਜਨਮ ਸਾਖੀ ਵਿੱਚ ਬਚਨ ਆਉਂਦੇ ਨੇ, ਪੌੜੀਆਂ 9 ਹੋਈਆਂ ਏਤ ਪਰਥਾਏ। ਜਿਹੜੀ ਪੁਰਾਤਨ ਜਨਮ ਸਾਖੀ ਗੁਰੂ ਨਾਨਕ ਸਾਹਿਬ ਦੀ, ਉਹਦੇ 'ਚ ਲਿਖਿਆ ਆਉਂਦਾ ਵੀ 9 ਪੌੜੀਆਂ ਤੇ ਸ਼ਲੋਕ ਆਸਾ ਜੀ ਦੀ ਵਾਰ ਦੇ ਗੁਰੂ ਨਾਨਕ ਸਾਹਿਬ ਜੀ ਨੇ ਸ਼ੇਖ ਬ੍ਰਹਮ ਜੀ ਨਾਲ ਚਰਚਾ ਕਰਦੇ ਹੀ ਉਚਾਰਨ ਕੀਤੇ ਹਨ। ਹਰੀ ਚਰਚਾ ਤੋ ਇਸ ਪ੍ਰਕਾਰ ਨਾਲ ਗਰੀਬ ਨਵਾਜ ਪਾਤਸ਼ਾਹ ਜੀ ਨੇ ਆਸਾ ਜੀ ਦੀ ਵਾਰ ਦੇ ਕੁਝ ਸ਼ਲੋਕ ਉੱਥੇ ਉਚਾਰਨ ਕੀਤੇ, ਪੌੜੀਆਂ ਉਚਾਰਨ ਕੀਤੀਆਂ। ਉੱਤਮ ਪਦਵੀ ਤੈ ਦੀਨੀ। ਔਰ ਸ਼ੇਖ ਬ੍ਰਹਮ ਜੀ, ਸ਼ੇਖ ਬ੍ਰਹਮ ਫਰੀਦ ਸਾਨੀ ਜੀ ਨੂੰ ਮਹਾਰਾਜ ਜੀ ਨੇ ਅਤ ਉੱਤਮ ਪਦਵੀ ਦੀ ਦਾਤ ਬਖਸ਼ ਕੇ ਨਿਵਾਜਿਆ। ਪਇਓ ਮੁਰੀਦ ਸ਼ੇਖ ਤਬ ਗੁਰ ਕੋ। ਸ਼ੇਖ ਬ੍ਰਹਮ ਜੀ ਸਤਿਗੁਰਾਂ ਦੇ ਮੁਰੀਦ ਹੋ ਗਏ, ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਮੁਰੀਦ ਹੋ ਗਏ। ਬੰਦੇ ਚਰਨ ਪ੍ਰੇਮ ਕਰ ਉਰ ਕੋ। ਹਿਰਦੇ ਦਾ ਭਾਰੀ ਪ੍ਰੇਮ ਧਾਰਨ ਕਰਕੇ ਸ਼ੇਖ ਫਰੀਦ ਯਾਨੀ ਕਿ ਸ਼ੇਖ ਬ੍ਰਹਮ ਫਰੀਦ ਸਾਨੀ ਜੀ ਨੇ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਬੰਦਨਾ ਕੀਤੀ, ਮੱਥਾ ਟੇਕਿਆ। ਕਿਤਕ ਦਿਵਸ ਤਿਨ ਰਾਖਿਓ ਡੇਰਾ। ਮਹਾਰਾਜ ਜੀ ਕਈ ਦਿਨ ਰਹੇ ਇੱਥੇ, ਹਰੀ ਚਰਚਾ ਕਈ ਦਿਨ ਹੀ ਚੱਲਦੀ ਰਹੀ। ਜਦੋਂ ਬੈਠਣਾ ਹਰੀ ਚਰਚਾ ਚੱਲਣੀ, ਬ੍ਰਹਮ ਵਿਚਾਰ ਚੱਲਣੀ। ਪਾਤਸ਼ਾਹ ਕਹਿੰਦੇ ਰੱਬ ਦੇ ਪਿਆਰਿਆਂ ਨੂੰ ਹਰੀ ਚਰਚਾ ਹੀ ਪਾਉਂਦੀ ਹੈ। ਉੱਤੇ ਉਦਾਹਰਣਾਂ ਵੀ ਦੇ ਆਏ ਨੇ ਕਿਵੇਂ ਪਾਉਂਦੀ ਹੈ। ਜਿਵੇਂ ਭੁੱਖੇ ਨੂੰ ਅੰਨ ਚੰਗਾ ਲੱਗਦਾ ਨਾ, ਨੀਂਦ ਵਾਲੇ ਨੂੰ ਬਿਸਤਰਾ ਚੰਗਾ ਲੱਗਦਾ ਹੈ, ਕਾਮੀ ਨੂੰ ਰੂਪ ਚੰਗਾ ਲੱਗਦਾ, ਏਦਾਂ ਰੱਬ ਦੇ ਪਿਆਰਿਆਂ ਨੂੰ ਪਰਮੇਸ਼ਰ ਦੀ ਚਰਚਾ ਚੰਗੀ ਲੱਗਦੀ ਹੈ। ਉਹ ਹਰੀ ਚਰਚਾ ਕਈ ਦਿਨ ਮਹਾਰਾਜ ਜੀ ਨੇ ਇੱਥੇ ਰਹਿ ਕੇ ਕੀਤੀ, ਕੁਝ ਦਿਨ ਇੱਥੇ ਹੀ ਟਿਕੇ। ਨਿਤ ਪ੍ਰਤ ਕਰਈ ਭਾਉ ਕਨੇਰਾ। ਸ਼ੇਖ ਬ੍ਰਹਮ ਜੀ ਨਿਤਾ ਪ੍ਰਤੀ ਨਵਾਂ ਭਾਉ, ਨਵਾਂ ਪ੍ਰੇਮ, ਨਵੀਂ ਪ੍ਰੀਤ ਗੁਰੂ ਸਾਹਿਬ ਦੇ ਚਰਨਾਂ ਨਾਲ ਕਰਦੇ ਹਨ। ਬੋਰੋ ਵਿਦਾ ਹੋਏ ਬਰਿਆਈ। ਮਹਾਰਾਜ ਜੀ ਨੇ ਕਈ ਵਾਰੀ ਤਿਆਰਾ ਕਰਨਾ, ਚੰਗਾ ਸ਼ੇਖ ਬ੍ਰਹਮ ਹੁਣ ਅਸੀਂ ਜਾਈਏ, ਇਹਨੇ ਚਰਨਾਂ 'ਚ ਬਹਿ ਜਾਣਾ ਸਤਿਗੁਰਾਂ ਦੇ। ਮਹਾਰਾਜ ਇੱਕ ਦਿਨ ਹੋਰ ਠਹਿਰ ਜੋ, ਹਾਲੇ ਤਾਂ ਮਨ ਹੀ ਨਹੀਂ ਰੱਜਿਆ। ਪਾਤਸ਼ਾਹ ਨੇ ਫਿਰ ਰੁਕ ਜਾਣਾ, ਅਗਲੇ ਦਿਨ ਫਿਰ ਤਿਆਰੀ ਕਰਨੀ ਸਾਹਿਬ ਨੇ, ਚੰਗਾ ਵੀ ਸ਼ੇਖ ਬ੍ਰਹਮ ਅੱਜ ਜਾਈਏ ਹੁਣ। ਇਹਨੇ ਫਿਰ ਕਹਿਣਾ ਮਹਾਰਾਜ ਇੱਕ ਦਿਨ ਹੋਰ ਠਹਿਰ ਜੋ। ਕਈ ਦਿਨ ਤਾਂ ਇਦਾਂ ਹੀ ਲੰਘ ਗਏ। ਫਿਰ ਇੱਕ ਦਿਨ ਮਹਾਰਾਜ ਜੀ ਕਹਿੰਦੇ ਸ਼ੇਖ ਬ੍ਰਹਮ ਤੇਰੇ ਵਰਗੇ ਹੋਰ ਵੀ ਬੜੇ ਪਿਆਰੇ ਨੇ, ਉਹ ਵੀ ਸਾਨੂੰ ਉਡੀਕਦੇ ਹੈ, ਸਾਨੂੰ ਹੁਣ ਜਾਣ ਦੇ। ਏਦਾਂ ਮਹਾਰਾਜ ਜੀ ਬਰਿਆਈ, ਉੱਥੋਂ ਬਰਿਆਈ ਕਹਿੰਦੇ ਆ ਵੀ ਧੱਕੇ ਨਾਲ ਫਿਰ ਉੱਥੋਂ ਮਹਾਰਾਜ ਜੀ ਗਏ, ਜਾਣ ਨਹੀਂ ਸੀ ਦਿੰਦਾ ਸਤਿਗੁਰਾਂ ਨੂੰ। ਕੀਨ ਪਿਆਨ ਸ਼੍ਰੀ ਜਗ ਸਾਈ। ਜਗਤ ਦੇ ਸਾਈਂ ਸਤਿਗੁਰੂ ਜੀ ਨੇ ਪਿਆਨਾ ਕੀਤਾ, ਪਾਕ ਪਟਨ ਤੋਂ ਚੱਲ ਪਏ। ਅਬ ਜੋ ਹੋਵੇ
ਕਥਾ ਅਗਾਰੀ। ਜਦੋਂ ਪਾਕ ਪਟਨ ਤੋਂ ਚੱਲੇ ਤੇ ਉੱਥੋਂ ਅੱਗੇ ਚੱਲ ਕੇ ਜਿਹੜੀ ਕਥਾ ਹੋਈ ਆ ਗੁਰੂ ਨਾਨਕ ਸਾਹਿਬ ਨੇ ਜੋ ਚੋਜ ਕੀਤੇ ਹਨ, ਪਾਖੋਂ ਅਗਲੇ ਅਧਿਆਓ ਮਜਾਰੀ। ਮਾਂ ਕਵੀ ਜੀ ਕਹਿੰਦੇ ਭਾਈ ਸੰਤੋਖ ਸਿੰਘ ਜੀ ਮੈਂ ਅਗਲੇ ਅਧਿਆਏ 'ਚ ਦੱਸਾਂਗਾ ਸਾਰੀ ਕਥਾ ਵੀ ਅੱਗੇ ਸਤਿਗੁਰੂ ਜਦੋਂ ਗਏ ਉੱਥੇ ਕਿਸ ਪਾਸੇ ਗਏ, ਬਗਦਾਦ ਨੂੰ ਗਏ। ਉਹ ਕਹਿੰਦੇ ਅਗਲੇ ਪ੍ਰਸੰਗ 'ਚ ਤੁਹਾਨੂੰ ਕਥਾ ਸੁਣਾਵਾਂਗੇ। 33 ਅਧਿਆਏ ਇੱਥੇ ਸੰਪੰਨ ਹੋਏ ਨੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਉਤਰਾਰਧ ਦੇ ਹਿੱਸੇ ਦੇ। 34ਵਾਂ ਅਧਿਆਏ ਕੱਲ ਦੀ ਕਥਾ 'ਚ ਗੁਰੂ ਸਾਹਿਬ ਦੀ ਦਇਆ ਨਾਲ ਪ੍ਰਾਰੰਭ ਹੋਵੇਗਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਸੁਖ ਪੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾਂ ਕੀ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਪੀਓ ਅਣਹਾਰ ਹੇ ਸੰਤਹ ਕੈ ਸਦਾ ਸੰਗ ਧਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਬੜਾ ਕੋਈ ਐ ਪਰੋਏ ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਓਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਔਰ ਪਾਰ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤੇਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਔਰ ਪਾਰ ਉਤਾਰ ਨਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।